ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਪ੍ਰੀਤ। ਹਰ ਵਾਰ ਦੀ ਤਰ੍ਹਾਂ ਅਸੀਂ ਉਹ ਮੁੱਦੇ ਆਪ ਜੀ ਦੇ ਸਾਹਮਣੇ ਸਨਮੁਖ ਲੈ ਕੇ ਆਉਂਦੇ ਹਾਂ ਜੋ ਮੁੱਦੇ ਆਪ ਜ਼ਿੰਦਗੀ ਦੇ ਵਿੱਚ ਸਭ ਦੇ ਨਾਲ ਜੁੜੇ ਹੋਣ। ਅਕਸਰ ਅਸੀਂ ਇੱਕ ਸ਼ਬਦ ਆਪਣੀ ਰੋਜ਼ਮर्रा ਜ਼ਿੰਦਗੀ 'ਚ ਜਾਂ ਆਪਣੀ ਜ਼ਿੰਦਗੀ 'ਚ ਅਸੀਂ ਵਰਤਦੇ ਹਾਂ। ਇੱਕ ਖਾਸ ਵਰਗ, ਇੱਕ ਵਿਸ਼ੇਸ਼ ਵਰਗ, ਕਿਸਾਨੀ। ਜਦ ਵੀ ਕਿਸਾਨ ਅਤੇ ਕਿਸਾਨੀ ਦੀ ਗੱਲ ਆਉਂਦੀ ਹੈ, ਹਰ ਇੱਕ ਦੇ ਅੱਗੇ ਇੱਕ ਪਿਕਚਰ ਵਿਜ਼ੂਅਲਾਈਜੇਸ਼ਨ ਤਿਆਰ ਹੋ ਜਾਂਦੀ ਹੈ। ਸੁਨਹਿਰੇ ਖੇਤ, ਹਰੇ ਖੇਤ, ਮੌਜ ਕਰਦਾ ਕਿਸਾਨ, ਖੁਸ਼ੀਆਂ, ਖੁਸ਼ਹਾਲੀ, ਖੁਸ਼ ਕਿਸਾਨ। ਪਰ ਇੱਕ ਪਹਿਲੂ ਇਹ ਵੀ ਕਿ ਕਦੀ ਮੌਸਮ ਦੀ ਮਾਰ ਝੱਲਦਾ ਕਿਸਾਨ, ਕਦੀ ਫਸਲ ਖਰਾਬ ਹੋ ਗਈ ਕਿਸਾਨ, ਕਰਜ਼ੇ ਦੇ ਹੇਠ ਕਿਸਾਨ। ਅਨੇਕ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਕਿਸਾਨਾਂ ਨੂੰ ਆਉਂਦੀਆਂ ਨੇ। ਹਾਲਾਂਕਿ ਕਿਸਾਨਾਂ ਨੂੰ ਅੰਨਦਾਤਾ ਕਹਿ ਕੇ ਵੀ ਕਿਹਾ ਜਾਂਦਾ ਕਿਉਂਕਿ ਉਹ ਆਪਣਾ ਖੂਨ ਪਸੀਨਾ ਸੀਂਚ ਕੇ ਅੰਨ ਪ੍ਰੋਡਿਊਸ ਕਰਦੇ ਨੇ, ਖਾਣਾ ਪ੍ਰੋਡਿਊਸ ਕਰਦੇ ਨੇ। ਖੂਨ ਪਸੀਨਾ ਕਿਵੇਂ? ਜਦ ਮਿਹਨਤ ਕਰਦਾ ਤਾਂ ਉਹਦਾ ਪਸੀਨਾ ਉਸ ਫਸਲ ਦੇ ਵਿੱਚ ਚੋਂਦਾ। ਜੇਕਰ ਉਹ ਮਿਹਨਤ ਕਰਦਾ ਤਾਂ ਕਈ ਚੀਜ਼ਾਂ ਦੇ ਵਿੱਚ ਉਹਨੂੰ ਸੱਟ ਪੇੜ ਲੱਗ ਜਾਂਦੀ ਹੈ। ਈਵਨ ਕਿ ਉਹਦਾ ਖੂਨ ਤੱਕ ਉਹਨਾਂ ਸੀਜਿਆ ਜਾਂਦਾ। ਆਪਣੇ ਪੁੱਤਾਂ ਵਰਗੀ ਪਾਲੀ ਫਸਲ ਨੂੰ ਜਦ ਕਿਸਾਨ ਮੰਡੀਆਂ 'ਚ ਲੈ ਕੇ ਜਾਂਦਾ ਹੈ, ਕਈ ਵਾਰੀ ਮੌਸਮ ਦੀ ਮਾਰ ਪੈ ਗਈ ਜਾਂ ਕਈ ਹੋਰ ਚੀਜ਼ਾਂ ਕਰਕੇ ਉਹਨੂੰ ਉਸ ਚੀਜ਼ ਦਾ ਸਹੀ ਮੁੱਲ ਨਹੀਂ ਮਿਲ ਪਾਉਂਦਾ, ਉਹ ਕਰਜ਼ੇ ਦੀ ਮਾਰ ਹੇਠ ਆ ਜਾਂਦਾ। ਰਵਾਇਤੀ ਖੇਤੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਕਈ ਅਜਿਹੀਆਂ ਖੇਤੀਆਂ ਵੀ ਨੇ ਜਿਨ੍ਹਾਂ 'ਚ ਮੁਨਾਫੇ ਵੀ ਨੇ, ਪਰ ਕਿਸਾਨ ਕਿਤੇ ਨਾ ਕਿਤੇ ਉਧਰ ਵੱਲ ਜਾਣ ਨੂੰ ਡਰਦਾ ਹੈ, ਨਵਾਂ ਰਿਸਕ ਲੈਣ ਨੂੰ ਡਰਦਾ ਹੈ। ਅੱਜ ਇਸ ਸਾਰੇ ਮੁੱਦਿਆਂ ਦੇ ਉੱਤੇ, ਕਿਸਾਨੀ ਦੇ ਉੱਤੇ ਪਾਰਟੀ ਲੈਵਲ ਤੋਂ ਉੱਠ ਕੇ ਇੱਕ ਡਿਸਕਸ਼ਨ ਲੈਵਲ ਅਸੀਂ ਆਪ ਜੀ ਦੇ ਸਾਹਮਣੇ ਲੈ ਕੇ ਆਏ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਰੋਹਿਤ ਸਿਆਲ ਜੀ ਆਮ ਆਦਮੀ ਪਾਰਟੀ ਤੋਂ, ਪੈਰੀ ਮਾਨ ਜੀ ਕਾਂਗਰਸ ਤੋਂ, ਕੁਲਦੀਪ ਧਾਲੀਵਾਲ ਜੀ ਭਾਰਤੀ ਜਨਤਾ ਪਾਰਟੀ ਤੋਂ, ਐਡਵੋਕੇਟ KS ਮਠਾਰੂ ਸ਼੍ਰੋਮਣੀ ਅਕਾਲੀ ਦਲ, ਅਤੇ ਵਿਸ਼ੇਸ਼ ਕਿਸਾਨੀ ਦੇ ਉੱਤੇ ਗੱਲ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ ਸੀਨੀਅਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਜੀ। ਅਕਸਰ ਸਾਰੀਆਂ ਪਾਰਟੀਆਂ ਤਾਂ ਇਹ ਕਹਿੰਦੀਆਂ ਨੇ ਵੀ ਅਸੀਂ ਕਿਸਾਨੀ ਲਈ ਬਹੁਤ ਕੁਝ ਕੀਤਾ, ਅਸੀਂ ਕਿਸਾਨੀ ਲਈ ਆਹ ਕੀਤਾ, ਵੱਡੇ ਵੱਡੇ ਐਲਾਨ, ਕਰਜ਼ੇ ਮਾਫੀ ਤੱਕ ਦੇ ਐਲਾਨ, ਪਰ ਕਿਸਾਨ ਫੇਰ ਆਰਥਿਕਤਾ ਮਾਰ ਚੱਲ ਰਿਹਾ। ਕਿਸਾਨ ਫੇਰ ਉੱਥੇ ਹੀ ਖੜਾ ਹੈ। ਫਸਲਾਂ ਵੀ ਤਬਾਹ ਹੁੰਦੀਆਂ ਨੇ, ਮੁਆਵਜ਼ੇ ਵੀ ਦਿੱਤੇ ਜਾਂਦੇ ਨੇ, ਅਖਬਾਰੀ ਮੁਆਵਜ਼ੇ ਵੀ ਦਿੱਤੇ ਜਾਂਦੇ ਨੇ, ਮੁਆਵਜ਼ੇ ਕਈ ਵਾਰੀ ਮਿਲਦੇ ਵੀ ਨੇ। ਜੇ ਮੁਆਵਜ਼ਾ ਮਿਲਦਾ ਹੈ ਤਾਂ ਉਹਦੀ ਖਰਚ ਹੀ ਇੰਨਾ ਖੋਇਆ ਹੁੰਦਾ ਹੈ ਕਿ ਉਹਨੂੰ ਮੁਆਵਜ਼ਾ ਘੱਟ ਮਿਲਦਾ ਹੈ। ਪਰ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਸਫਰ ਕੌਣ ਕਰਦਾ ਹੈ? ਕਿਸਾਨ। ਕਿਉਂਕਿ ਜਿਹੜਾ ਕਿਸਾਨ ਹੈ, ਇੱਕ ਕਿਸਾਨ ਇੰਡੀਆ ਦੀ ਸਭ ਤੋਂ ਵੱਡੀ ਜੋ ਰੂਰਲ ਮਾਰਕੀਟ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਕੋਈ ਇਨਵੈਸਟਮੈਂਟ ਲੈ ਕੇ ਆਉਂਦਾ ਤਾਂ ਉਹ ਕਿਸਾਨ ਲੈ ਕੇ ਆਉਂਦਾ ਮੋਸਟਲੀ। ਜੇਕਰ ਉਹਦੀ ਫਸਲ ਚੰਗੀ ਹੁੰਦੀ ਹੈ, ਉਹ ਮਾਰਕੀਟ 'ਚ ਆਉਂਦਾ, ਮਾਰਕੀਟ ਦੇ ਵਿੱਚ ਚੀਜ਼ਾਂ ਪਰਚੇਸ ਕਰਦਾ। ਤਾਂ ਸੋ ਇਹ ਵੀ ਜੇ ਕਿਸਾਨ ਖੁਸ਼ਹਾਲ ਅਤੇ ਆਮ ਲੋਕ ਵੀ ਖੁਸ਼ਹਾਲ, ਜੋ ਆਮ ਇੱਕ ਬਿਰਤੀ ਬਣੀ ਹੋਈ ਹੈ। ਇਸ ਮੁੱਦੇ ਉੱਤੇ ਗੱਲ ਸਾਰੀਆਂ ਪਾਰਟੀਆਂ ਤੋਂ ਇਹ ਕਰਦੇ ਹਾਂ, ਤੁਸੀਂ ਅਜਿਹਾ ਹਜੇ ਤੱਕ ਕਿਸਾਨੀ ਲਈ ਕੀ ਕੀਤਾ? ਜੇ ਕੀਤਾ ਤਾਂ ਹਜੇ ਤੱਕ ਉਸ ਚੀਜ਼ ਦੀ ਆਊਟਪੁੱਟ ਕੀ ਨਿਕਲੀ? ਜੇ ਆਊਟਪੁੱਟ ਕੁਛ ਨਿਕਲੀ ਹੈ ਤਾਂ ਹਾਲੇ ਤੱਕ ਫਿਰ ਸੁਧਾਰ ਕਦੋਂ ਤੱਕ ਹੋ ਸਕਦੇ ਨੇ? ਸਭ ਤੋਂ ਪਹਿਲੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ KS ਮਠਾਰੂ ਜੀ ਤੋਂ। ਜੀ ਮਠਾਰੂ ਸਾਹਿਬ। ਗੁਰਪ੍ਰੀਤ ਜੀ, ਜਿੱਥੋਂ ਤੱਕ ਕਿਸਾਨੀ ਦੀ ਗੱਲ ਹੈ, ਸਾਡੇ ਬੈਠੇ ਹੈ ਬੜੇ ਸੀਨੀਅਰ ਹੈ, ਪ੍ਰਧਾਨ ਜੀ ਸਾਡੇ ਮਾਨਸਾ ਤੋਂ ਹੀ ਹੈ ਸਰਦਾਰ ਰੁਲਦੂ ਸਿੰਘ ਜੀ, ਔਰ ਸਾਰੀ ਆਪਾਂ ਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੋਣ ਦੇ ਨਾਲ ਨਾਲ ਕਿਸਾਨਾਂ ਦੀ ਪਾਰਟੀ ਵੀ ਹੀ ਕਹੀ ਗਈ ਹੈ। ਕਿਉਂਕਿ ਸਰ ਛੋਟੂ ਰਾਮ ਚੌਧਰੀ, ਦੇਵੀ ਲਾਲ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹ ਅਜਿਹੇ 3-4 ਨੇਤਾ ਨੇ ਜਿਨ੍ਹਾਂ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਨਾਮ ਹੈ ਕਿ ਉਹ ਸਿਰਫ ਕਿਸਾਨਾਂ ਦੇ ਲੀਡਰ ਨੇ। ਔਰ ਅਗਰ ਕਿਸਾਨਾਂ ਵਾਸਤੇ ਗੱਲ ਕਰੀਏ, ਚਲੋ ਅੱਜ ਸਾਡੇ ਵੀਰ ਚਾਹੇ ਜਿਹੜੀਆਂ ਨਵੀਆਂ ਪਾਰਟੀਆਂ ਆ ਗਈਆਂ, ਨਵੇਂ ਤਵੇ ਲਾਉਂਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀਤਾ, ਇੱਕ ਅੱਧਾ ਮੁੱਦਾ ਚੱਕ ਕੇ ਬਦਨਾਮ ਕਰ ਦਿੰਦੇ ਆ। ਇਹ ਗੱਲ ਕਰ ਲਈਏ ਤਾਂ ਸਿੰਘ ਜੀ, ਇਹਨਾਂ ਨੂੰ ਪਤਾ ਹੈ ਕਿ ਹਾਲਾ ਕੀ ਹੁੰਦਾ ਸੀ। ਲੋਕ ਡਰਦੇ ਸੀ ਵੀ ਨੰਬਰਦਾਰ ਆ ਗਿਆ। ਹਾਲਾ ਜਿਹੜਾ ਮਾਫ ਕੀਤਾ ਉਹ ਬਾਦਲ ਸਾਹਿਬ ਨੇ, ਟਰੈਕਟਰ ਨੂੰ ਟੈਕਸ ਕੀਤਾ ਬਾਦਲ ਸਾਹਿਬ ਨੇ, ਕਨੈਕਸ਼ਨ ਜਿਹੜੇ ਮੋਟਰਾਂ ਦੇ ਦਿੱਤੇ, ਮੋਟਰਾਂ ਦੀ ਬਿਜਲੀ ਫ੍ਰੀ ਕੀਤੀ, ਚਾਹੇ ਖਾਲੇ, ਨਹਿਰਾਂ, ਕੱਸੀਆਂ, 90% ਜਿਹੜੀਆਂ ਮੰਡੀਆਂ, ਅਨਾਜ ਮੰਡੀਆਂ, ਉਹਨਾਂ ਨੂੰ ਸੜਕਾਂ ਦੇ ਨਾਲ ਜੋੜ ਕੇ 90% ਮੰਡੀਆਂ ਜਿਹੜੀਆਂ ਬਣਾਈਆਂ। 1967 ਦੇ ਵਿੱਚ MSP ਜਿਹੜੀ
ਸ਼੍ਰੀਮਤੀ ਇੰਦਰਾ ਗਾਂਧੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੈ ਕੇ ਦਿੱਤੀ। ਮੁਆਵਜ਼ੇ ਦੀ ਗੱਲ ਕਰ ਲਈਏ ਤਾਂ 8000 ਰੁਪਏ ਜਿਹੜੇ ਨਰਮੇ ਦੇ ਖਰਾਬੇ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਔਰ 8000 ਰੁਪਏ ਪਰ ਏਕੜ ਉਹਦੇ ਨਾਲ ਚੁਗਾਈ ਵਾਲੇ ਜਿਹੜੇ ਗਰੀਬ ਮਜ਼ਦੂਰ ਆ ਉਹਨਾਂ ਨੂੰ ਵੀ ਦਿੰਦੇ ਰਹੇ ਆ। ਔਰ ਖੇਤੀ ਵਾਸਤੇ ਉਹਨਾਂ ਨੇ ਜਿਹੜੀ ਸਾਨੂੰ ਪਤਾ ਹੈ, ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਹਾਂ ਡਿਸਟ੍ਰਿਕਟ ਤੋਂ, ਇੱਥੇ ਨਰਮਾ ਵੀ ਨਹੀਂ ਹੁੰਦਾ ਸੀ, ਲੇਹਾ ਹੁੰਦਾ ਸੀ, ਟਿੱਬੇ ਹੁੰਦੇ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਟਿੱਬਿਆਂ ਦੇ ਵਿੱਚ ਜਿੱਥੇ ਨਰਮਾ ਵੀ ਨਹੀਂ ਹੁੰਦਾ ਸੀ, ਅੱਜ ਲੋਕ ਜੀਰੀਆਂ ਲਾਉਂਦੇ ਨੇ, ਮੋਟਰਾਂ ਦੇ ਕਨੈਕਸ਼ਨ ਦੇ ਕੇ ਉੱਥੇ ਟੇਲਾਂ ਤੇ ਪਾਣੀ ਪਹੁੰਚਾਇਆ, ਖਾਲੇ ਜਿਹੜਾ ਨਹਿਰੀ ਪਾਣੀ ਪਹੁੰਚਾਇਆ ਉਹ ਤੋਂ ਮੋਟਰਾਂ ਦੇ ਕਨੈਕਸ਼ਨ ਦਿੱਤੇ। ਪੰਜਾਬ ਦੇ ਵਿੱਚ ਜਿਹੜੇ 90% ਮੋਟਰਾਂ ਦੇ ਕਨੈਕਸ਼ਨ ਦਿੱਤੇ ਆ। ਉਸ ਤੋਂ ਬਾਅਦ ਇਹ ਵੀ ਦੇਖਿਆ ਗਿਆ ਕਿ ਕਿਸਾਨ ਫਿਰ ਵੀ ਜਿਹੜਾ ਹੈਗਾ ਉਹ ਲਾਹੇ ਦੇ ਵਿੱਚ ਨਹੀਂ ਆ, ਫਿਰ ਉਹਨਾਂ ਦੀਆਂ ਮੋਟਰਾਂ ਦੇ ਜਿਹੜੇ ਬਿੱਲ ਹੈ ਉਹ ਮਾਫ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਕਿਸਾਨਾਂ ਵਾਸਤੇ ਕੀਤਾ, ਕਿਉਂਕਿ ਕਿਸਾਨ ਸ਼੍ਰੋਮਣੀ ਅਕਾਲੀ ਦਲ ਦੀ ਜਾਨ ਹੈ, ਅੱਜ ਵੀ ਹੈ ਤੇ ਪਹਿਲਾਂ ਵੀ ਸੀ ਤੇ ਰਹੂਗਾ ਹਮੇਸ਼ਾ। ਠੀਕ ਹੈ, ਕੁਝ ਕੁ ਪਾਰਟੀਆਂ ਦਾ ਕੂੜ ਪ੍ਰਚਾਰ ਹੁੰਦਾ ਹੈ, ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਨਵੇਂ ਆਏ ਆਮ ਆਦਮੀ ਪਾਰਟੀ ਵਾਲੇ, ਜਿਹੜੇ ਕਹਿੰਦੇ ਆ 70 ਸਾਲਾਂ ਤੋਂ ਕੁਝ ਨਹੀਂ ਹੋਇਆ, 70 ਸਾਲਾਂ ਤੋਂ ਕੁਝ ਨਹੀਂ ਹੋਇਆ, ਕਿਸਾਨਾਂ ਵਾਸਤੇ ਤੁਸੀਂ ਕੀ ਕੀਤਾ। ਆ ਜਿਹੜੀਆਂ ਮੈਂ ਤੁਹਾਨੂੰ ਗਣਾਈਆਂ ਨੇ ਗੱਲਾਂ, ਇਹ ਅਗਰ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ, ਅਗਰ ਇਹਨਾਂ ਦਾ 5% ਵੀ, ਚਾਹੇ ਕਾਂਗਰਸ ਚਾਹੇ ਆਮ ਆਦਮੀ ਪਾਰਟੀ, ਇਹਨਾਂ ਦਾ 5% ਵੀ ਕਿਸਾਨਾਂ ਵਾਸਤੇ, ਕਿਸਾਨਾਂ ਦੇ ਹਿੱਤ ਵਾਸਤੇ ਕਰਨ। ਅੱਜ ਤੁਸੀਂ ਦੇਖਿਆ ਕਿਸਾਨਾਂ ਦੇ ਜਿਹੜੇ ਬਰਨਾਲਾ ਸਰਕਾਰ ਦੇ ਵਿੱਚ ਅੱਜ ਤੋਂ 37 ਸਾਲ ਪਹਿਲਾਂ ਬਰਨਾਲਾ ਸਰਕਾਰ ਨੇ ਸੈਕਸ਼ਨ 67A ਜਿਹੜਾ ਸਹਿਕਾਰੀ ਐਕਟ ਦੇ ਵਿੱਚ ਸੋਧ ਕਰਕੇ ਵਾਰੰਟ ਕੱਢਣੇ ਬੰਦ ਕੀਤੇ ਸੀ। ਇਹ ਨਵੀਂ ਸਰਕਾਰ ਨੇ ਅੱਜ ਦੇ ਵਾਰੰਟ ਕੱਢ ਕੇ, ਹੁਣ ਤੁਸੀਂ ਜਿਹੜੀ ਗੱਲ ਕਰਦੇ ਹੋ ਕਿ ਚੀਮਾ ਸਾਹਿਬ ਨੇ ਕਹਿਤਾ ਕਿ ਨਹੀਂ ਨਹੀਂ ਜੀ ਵਾਰੰਟ ਨਹੀਂ ਨਿਕਲਣਗੇ, ਇਹ ਤੇ ਉਹੀ ਗੱਲ ਹੋ ਗਈ ਨਾ, ਆਪ ਹੀ ਪੈਰੀ ਪੈਣਾ ਤੇ ਆਪ ਹੀ ਗੁੱਟ ਸੁਹਾਗਣ। ਪਹਿਲਾਂ ਰੌਲਾ ਪਵਾਤਾ ਜਾਣ ਬੁੱਝ ਕੇ ਧਿਆਨ ਭਟਕਾਉਣ ਵਾਸਤੇ, ਕਿਉਂਕਿ ਪੰਜਾਬ ਡੀਐਸਟੈਬਲਿਸ਼ ਕਰ ਦਿੱਤਾ ਇਹਨਾਂ ਨੇ। ਨਵੀਂ ਜਿਹੜੀ ਪਾਰਟੀ ਆਈ ਹੈ ਇਹਨਾਂ ਨੂੰ ਅਨਐਕਸਪੀਰੀਅੰਸਡ ਲੋਕ ਨੇ, ਇਹਨਾਂ ਨੇ ਡੀਐਸਟੈਬਲਿਸ਼ ਕਰਤਾ। ਇੰਨੇ ਰੌਲੇ ਪੈ ਗਏ, ਚਾਹੇ ਬਿਜਲੀ ਦਾ ਮੁੱਦਾ ਹੋਵੇ ਚਾਹੇ ਪਾਣੀਆਂ ਦਾ ਮੁੱਦਾ ਹੋਵੇ, ਚੰਡੀਗੜ੍ਹ ਇਹਨਾਂ ਨੇ ਜਾਣ ਬੁੱਝ ਕੇ ਇੱਕ ਹਰ ਰੋਜ਼ ਇਹੋ ਜਿਹਾ ਕੰਮ ਕਰਦੇ ਨੇ, ਪੰਜਾਬ ਦੇ ਲੋਕਾਂ ਦਾ ਧਿਆਨ ਹੈ ਜਿਹੜਾ ਉਹ ਡਾਇਵਰਟ ਕਰ ਦਿੰਦੇ। ਹੁਣ ਇਹਨਾਂ ਨੇ ਕਿਸਾਨਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਕਿ ਬਿਜਲੀ ਵਾਲੇ ਮੁੱਦੇ ਤੇ ਰੌਲਾ ਨਾ ਪਾਉਣ, ਧਰਨੇ ਨਾ ਲਾਉਣ, ਮੀਟਰਾਂ ਦੇ ਮੁੱਦੇ ਤੇ ਰੌਲਾ ਨਾ ਪਾਉਣ, ਇਹਨਾਂ ਨੇ ਇੱਕ ਕਿਸਾਨਾਂ ਦੇ ਵਾਰੰਟ ਵਾਲਾ ਜਿਹੜਾ ਇਸ਼ੂ ਛੇੜ ਦਿੱਤਾ। ਕਿਸਾਨ ਉਧਰਲੀ ਸਾਈਡ ਹੋ ਗਏ, ਦੂਜੇ ਇਸ਼ੂ ਹੈ ਜਿਹੜੇ ਉਹ ਸਾਰੇ ਭੁੱਲ ਗਏ। ਹੁਣ ਆਪ ਹੀ ਇਹਨਾਂ ਨੇ ਚੱਕ ਕੇ ਬਿਆਨ ਦਿੱਤਾ, ਕਹਿੰਦੇ ਨਹੀਂ ਜੀ ਅਸੀਂ ਇਹ ਜਿਹੜੇ ਵਾਰੰਟ ਹੈਗੇ ਬੰਦ ਕਰਤੇ। ਹੁਣ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਭਾਈ, ਜੇ ਤੁਸੀਂ ਬੰਦ ਹੀ ਕਰਨੇ ਤਾਂ ਇਹ ਵਾਰੰਟਾਂ ਦਾ ਆਰਡਰ 37 ਸਾਲਾਂ ਬਾਅਦ ਕਰਿਆ ਹੀ ਕਿਉਂ? ਇਹ ਜਿਹੜੀ ਗੱਲਾਂ ਕਰਦੇ ਆ, ਚਾਹੇ ਕੋਈ ਵੀ ਪਾਰਟੀ ਹੈ ਪੰਜਾਬ ਦੇ ਵਿੱਚ, ਅਗਰ ਕਿਸਾਨਾਂ ਦਾ ਕੀਤਾ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਬੈਠੇ ਆ ਸਾਡੇ ਸੀਨੀਅਰ, ਸਾਡੇ ਬਜ਼ੁਰਗ ਨੇ, ਸਰਦਾਰ ਰਣਜੀਤ ਸਿੰਘ ਮਾਨਸਾ, ਇਹਨਾਂ ਨੂੰ ਪੁੱਛ ਲਓ ਕਿ ਅੱਜ ਤੱਕ ਕਿਸਾਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੀਤਾ। ਇੱਕ ਸਿਰਫ ਜਿਹੜੇ ਮੋਦੀ ਸਾਹਿਬ ਬੀਜੇਪੀ ਵਾਲੇ ਬਿੱਲ ਲੈ ਕੇ ਆਏ ਸੀ, ਕਿਉਂਕਿ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਨਾਲ ਗਠਬੰਧਨ ਸੀ, ਉਹ ਬਿੱਲ ਲੈ ਕੇ ਆਏ। ਸ਼੍ਰੋਮਣੀ ਅਕਾਲੀ ਦਲ ਨੇ ਅੰਦਰ ਰਹਿ ਕੇ ਵੀ ਵਿਰੋਧ ਕੀਤਾ, ਬਾਹਰ ਰਹਿ ਕੇ ਵਿਰੋਧ ਕੀਤਾ, ਸਮਝੌਤਾ ਵੀ ਛੱਡਿਆ, ਵਜ਼ੀਰੀ ਵੀ ਛੱਡੀ, ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਕਿਸਾਨਾਂ ਦੇ ਆਲੇ ਪਾਸੋਂ ਵੀ ਨਹੀਂ ਜੀ ਬਿੱਲ ਹੀ ਇਹਨਾਂ ਨੇ ਬਣਾਏ ਆ, ਬਿੱਲ ਇਹਨਾਂ ਨੇ ਬਣਾਏ ਆ। ਮਠਾਰੂ ਸਾਹਿਬ ਕਿਸੇ ਵੇਲੇ ਪ੍ਰੈਸ ਕਾਨਫਰੰਸ ਵੀ ਤਾਂ ਤੁਹਾਡੇ ਵੱਲੋਂ ਹੀ ਕੀਤੀ ਗਈ ਸੀ ਕਿ ਇਸ ਬਿੱਲ ਫਾਇਦੇ ਦੇ ਵਿੱਚ ਨੇ। ਪ੍ਰੈਸ ਕਾਨਫਰੰਸ ਜਦੋਂ ਕੀਤੀ ਸੀ ਉਦੋਂ ਇਹੀ ਗੱਲ ਕੀਤੀ, ਕਿਉਂਕਿ ਸਾਨੂੰ ਕਿਹਾ ਗਿਆ ਸੀ ਬੀਜੇਪੀ ਵਾਲਿਆਂ ਵੱਲੋਂ ਕਿਹਾ ਗਿਆ ਸੀ ਕਿ ਅਗਰ ਇਹਦੇ ਵਿੱਚ ਸੋਧ, ਸਭ ਤੋਂ ਪਹਿਲਾਂ ਜਿਹੜੀ ਗੱਲ ਸੀ ਨਾ ਗੁਰਪ੍ਰੀਤ ਜੀ, ਇਹੀ ਸੀ ਕਿ ਐਮਐਸਪੀ ਜਿਹੜੀ ਐਮਐਸਪੀ ਉਹ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਸੀ ਜਿਵੇਂ ਤੁਸੀਂ ਕਹੋਗੇ ਤੁਹਾਡੇ ਪੁੱਛੇ ਬਿਨਾਂ ਅਸੀਂ ਐਕਟ ਨਹੀਂ ਬਣਾਵਾਂਗੇ। ਬਿੱਲ ਹੀ ਲਾਇਆ ਸੀ ਉਦੋਂ, ਆਰਡੀਨੈਂਸ ਆਇਆ ਸੀ, ਕਹਿੰਦੇ ਅਸੀਂ ਉਹ ਤੁਹਾਡੇ ਪੁੱਛੇ ਬਿਨਾਂ ਐਕਟ ਨਹੀਂ ਬਣਾ। ਅਸੀਂ ਕਿਸਾਨਾਂ ਨੂੰ ਪੁੱਛਿਆ, ਭਰਾਵਾਂ ਨੂੰ ਸੀਗਾ ਵੀ ਐਮਐਸਪੀ ਲਿਖਣ ਦੀ ਗੱਲ ਕਰਦੇ ਆ, ਕਿਉਂਕਿ ਜਿਹੜਾ ਅੰਦੋਲਨ ਤੋਂ ਪਹਿਲਾਂ ਸਿਰਫ ਐਮਐਸਪੀ ਦੀ ਹੀ ਗੱਲ ਸੀ, ਅਸੀਂ ਉਸੇ ਮੁੱਦੇ ਤੇ ਗੱਲ ਕਰ ਰਹੇ ਸੀ, ਕਿਉਂਕਿ ਉਹਨਾਂ ਨੇ ਸਾਨੂੰ ਪੁੱਛੇ ਬਿਨਾਂ ਜਿਹੜਾ ਐਕਟ ਪਾਸ ਕਰਤਾ ਨਾਲ ਦੀ ਨਾਲ, ਸਾਨੂੰ ਨਹੀਂ ਪੁੱਛਿਆ। ਹਲੇ ਗੱਲ ਵਿਚਾਲੇ ਕਿਸਾਨਾਂ ਨਾਲ, ਸਾਡੇ ਭਰਾਵਾਂ ਨਾਲ ਚੱਲ ਹੀ ਰਹੀ ਸੀ। ਅਸੀਂ ਇਸੇ ਕਰਕੇ ਫਿਰ ਜਿਹੜਾ ਸਮਝੌਤਾ ਛੱਡਿਆ, ਵਜ਼ੀਰੀ ਛੱਡੀ, ਸਾਰਾ ਕੁਝ ਛੱਡਿਆ, ਉਹ ਸਾਡੇ ਭਰਾ ਕਹਿੰਦੇ ਵੀ ਤੁਹਾਡਾ ਉਹ ਤੇ ਚਲੋ ਇੱਕ ਪੋਲੀਟੀਕਲ ਐਂਗਲ ਵੀ ਹੋ ਸਕਦਾ ਹੈ, ਪਰ ਜੇਕਰ ਇਹ ਹੈ, ਜੇਕਰ ਮੈਂ ਸਵਾਲ ਪੁੱਛਾਂ ਵੀ ਜਿਵੇਂ ਤੁਸੀਂ ਲਿਸਟ ਕਹੀ ਵੀ ਠੀਕ ਹੈ ਜੀ, ਤੁਸੀਂ ਬਹੁਤ ਕੁਝ ਕਿਸਾਨੀ ਲਈ ਕੀਤਾ, ਪਰ ਕਿਸਾਨ ਹਾਲੇ ਵੀ ਆਰਥਿਕ ਬੋਝ ਦੇ ਹੇਠ, ਅਜੇ ਵੀ ਇੰਨੀਆਂ ਫੈਸਿਲਿਟੀਆਂ ਦੇ ਬਾਵਜੂਦ ਵੀ ਆਰਥਿਕ ਬੋਝ ਦੇ ਹੇਠ ਹੈ। ਜੇਕਰ ਮੰਨ ਲਓ ਵੀ ਤੁਸੀਂ ਇੰਨੀਆਂ ਫੈਸਿਲਿਟੀਆਂ ਨਾ ਦਿੱਤੀਆਂ ਹੁੰਦੀਆਂ ਤੇ ਕੀ ਕਿਸਾਨੀ ਬਚਣੀ ਸੀ? ਜੇ ਅੱਜ ਵੀ ਕਿਸਾਨੀ ਇੰਨੀ ਕਰਜ਼ੇ ਦੇ ਹੇਠ ਹੈ, ਇਸ ਚੀਜ਼ ਦਾ ਇੱਕ ਵਾਰੀ ਆਪਾਂ ਰਿਐਕਸ਼ਨ ਲੈ ਲੈਂਦੇ ਹਾਂ ਰੁਲਦੂ ਸਿੰਘ ਮਾਨਸਾ ਜੀ ਕੋਲੋਂ। ਮਾਨਸਾ ਸਾਹਿਬ, ਅਕਾਲੀ ਦਲ ਕਹਿੰਦਾ ਹੈ ਕਿ ਕਿਸਾਨੀ ਦੇ ਲਈ ਅਸੀਂ ਬਹੁਤ ਕੁਝ ਕੀਤਾ। ਬਹੁਤ ਕੁਝ ਕੀਤਾ ਹੁੰਦਾ ਤਾਂ ਅਕਾਲੀ ਦਲ ਦੀ ਪਹਿਲਾਂ 10 ਸਾਲ ਸਰਕਾਰ ਰਹੀ ਹੈ, ਮਤਲਬ ਦਵਾਈ ਪਾਸੇ ਕੋ ਰੱਖਦੇ ਲੋਕਾਂ ਨੇ, ਵਾਅਦੇ ਕਰਦੇ ਨੇ, ਕੋਈ ਸਰਕਾਰ ਨਹੀਂ ਆਉਂਦੀ, ਵਾਅਦੇ ਕਰਦੇ ਮੁੱਕਰਦੇ ਨੇ। ਮੇਰੀ ਗੱਲ ਸਮਝ ਗਏ? ਠੀਕ ਆ, ਮੈਂ ਇੱਕ ਗੱਲ ਜ਼ਰੂਰ ਕਹੂੰਗਾ ਤੁਹਾਡੇ ਰਾਹੀਂ, ਉਸ ਪਹਿਲਾਂ ਬਾਦਲ ਸਾਹਿਬ ਨੇ ਕਿਸਾਨਾਂ ਬਾਰੇ ਸੋਚਿਆ ਸੀਗਾ,
ਜੀ ਉਦੋਂ ਬਾਅਦ ਉਹ ਸੁਖਬੀਰ ਬਾਦਲ ਹੋ ਗਿਆ, ਉਹ ਆਪਦੀ ਜਾਇਦਾਦ ਬਣਾਉਣ ਲੱਗ ਗਿਆ, ਵਿੱਚ ਕਿਸਾਨਾਂ ਨੂੰ ਛੱਡ ਕੇ ਭੁੱਲ ਗਏ ਕਿਸਾਨਾਂ ਨੂੰ, ਵੱਡੇ ਬਾਦਲ ਨੂੰ ਭੁਲਾਤਾ। ਇਸੇ ਕਰਕੇ ਅੱਜ ਉਹ ਸੱਤਾ ਚੋਂ ਬਾਹਰ ਗਏ ਨੇ। ਮਤਲਬ ਜੇ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨੀ ਲਈ ਬਹੁਤ ਕੁਝ ਸੋਚਿਆ। ਪਹਿਲਾਂ ਜਦੋਂ ਸ਼ੁਰੂ ਤੋਂ ਮੁੱਖ ਮੰਤਰੀ ਬਣਿਆ ਉਦੋਂ ਵਾਰ ਉਹਨੇ ਸੋਚਿਆ ਕਿਸਾਨੀ ਵਾਸਤੇ, ਠੀਕ ਹੈ। ਗੱਲ ਤੋਂ ਅਸੀਂ ਮੁਕਰ ਨਹੀਂ ਹੋਵਾਂਗੇ ਮੇਰੀ ਗੱਲ ਤੋਂ, ਪਰ ਉਦੋਂ ਬਾਅਦ ਤਾਂ ਫਿਰ ਜਾਇਦਾਦ ਬਣਾਉਣ ਤੇ ਲੱਗ ਗਿਆ ਸੁਖਬੀਰ ਬਾਦਲ, ਕਿਸਾਨੀ ਦਾ ਖੜਾ ਵੀ ਛੱਡਤਾ, ਸਾਰਾ ਧਿਆਨ ਉੱਧਰ ਕਰਦੇ। ਠੀਕ ਹੈ, ਠੀਕ ਹੈ। ਹਾਂਜੀ ਪ੍ਰਦੀਪ ਮਾਨ ਜੀ, ਪੈਰੀ ਮਾਨ ਜੀ, ਪ੍ਰਦੀਪ ਸਿੰਘ ਜੀ, ਕਿਵੇਂ ਲੱਗ ਰਿਹਾ ਜੀ? ਕਿਉਂਕਿ ਤੁਸੀਂ ਵਾਅਦੇ ਕੀਤੇ ਸੀ ਕਿ ਕਿਸਾਨਾਂ ਨੂੰ ਕਰਜ਼ਾ ਮੁਆਫ ਕਰਾਂਗੇ, ਹੋਰ ਵੀ ਕਈ ਵਾਅਦੇ ਕੀਤੇ ਸੀ ਕਿਸਾਨੀ ਨੂੰ ਲੈ ਕੇ, ਕਿਵੇਂ ਵੇਖਦੇ ਹੋ ਜੀ? ਕੀ ਕੁਝ ਕੀਤਾ? ਜੇਕਰ ਕੀਤਾ ਤੇ ਜੇਕਰ ਕੁਝ ਕੀਤਾ ਤੇ ਅਜਿਹੇ ਹਾਲਾਤ ਕਿਉਂ ਨੇ? देखो, किसान है जो देश का अन्नदाता माना जाता है। किसान एक मेहनती कौम है जिहड़ी कि मेहनत करती है ते अन्न उगांदी है। ਜਦੋਂ 10 ਸਾਲ ਅਕਾਲੀ ਬੀਜੇਪੀ ਦੀ ਸਰਕਾਰ ਪੰਜਾਬ 'ਚ ਰਹੀ ਹੈ ਜਾਂ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ, ਤਾਂ ਕਿਸਾਨ ਦੀਆਂ ਤੁਸੀਂ ਦੇਖਿਆ ਕਿ ਖੁਦਕੁਸ਼ੀਆਂ ਵੱਧਦੀਆਂ ਜਾ ਰਹੀਆਂ ਸੀ। ਦਿਨ ਪਰ ਦਿਨ ਜਿਹੜਾ ਉਹ ਕਰਜ਼ੇ ਦੇ ਬੋਝ ਤੇ ਦਬਦਾ ਜਾ ਰਿਹਾ ਸੀ। ਉਹ ਚੀਜ਼ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੇ ਜਦੋਂ ਆਪਣਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛਲੇ 2017 ਦੇ ਮੈਨੀਫੈਸਟੋ 'ਚ ਐਡ ਕੀਤਾ ਸੀ ਕਿ ਉਹਨਾਂ ਨੇ, ਮੈਂ ਇਹ ਵੀ ਗੱਲ ਦੱਸ ਦਿੰਦਾ, ਕਾਂਗਰਸ ਪਾਰਟੀ ਨੇ 5,63,000 ਕਿਸਾਨਾਂ ਦਾ 4600 ਕਰੋੜ ਰੁਪਇਆ ਜਿਹੜਾ ਆ ਉਹ ਕਰਜ਼ ਮਾਫ ਵੀ ਕੀਤਾ ਸੀਗਾ। ਜਿਹੜੇ ਕਿਸਾਨ ਛੋਟੇ ਕਿਸਾਨ ਨੇ 5-5 ਲੱਖ 5-5 ਕਿੱਲੇ ਵਾਲੇ ਕਿਸਾਨ ਸੀ, ਉਹਨਾਂ ਦਾ 2-2 ਲੱਖ ਰੁਪਇਆ ਮਾਫ ਕੀਤਾ ਸੀ। ਉਹਨਾਂ ਨੇ ਇੱਕ ਉਪਰਾਲਾ ਸਟਾਰਟ ਕੀਤਾ ਸੀ ਕਿਸਾਨਾਂ ਦੀ ਹਮਾਇਤ ਦੇ ਵਿੱਚ। ਕਾਂਗਰਸ ਪਾਰਟੀ ਅੱਜ ਦੇ ਪੂਰੇ ਦੇਸ਼ ਦੇ ਵਿੱਚ ਪਹਿਲੀ ਐਸੀ ਪਾਰਟੀ ਹੈ ਆਜ਼ਾਦੀ ਤੋਂ ਬਾਅਦ ਜਿਨ੍ਹਾਂ ਨੇ ਸਰਦਾਰ ਮਨਮੋਹਨ ਸਿੰਘ ਜੀ ਜਦੋਂ ਪ੍ਰਾਈਮ ਮਿਨਿਸਟਰ ਸੀ ਤਾਂ ਉਹਨਾਂ ਨੇ ਕਿਸਾਨਾਂ ਦਾ 72,000 ਕਰੋੜ ਰੁਪਏ ਦਾ ਕਰਜ਼ ਮਾਫ ਕੀਤਾ ਜੀ। ਪ੍ਰਕਾਸ਼ ਸਿੰਘ ਬਾਦਲ, ਇਸ ਨੋ ਡਾਊਟ ਕਿ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆਪਣੇ ਟੱਬਰ ਦੇ ਕਿਸਾਨਾਂ ਲਈ ਅੱਛਾ ਕੀਤਾ ਹੋਏਗਾ, ਪਰ ਆਪਾਂ ਸਭ ਨੂੰ ਪਤਾ ਹੈ ਕਿ ਜਿਹੜੇ ਕਿਸਾਨੀ ਅੰਦੋਲਨ ਦੇ ਜਿਹੜੇ 3 ਕਾਲੇ ਕਾਨੂੰਨ ਨੇ ਨਾ, 3 ਕਾਲੇ ਕਾਨੂੰਨਾਂ ਨੂੰ ਲਿਆਉਣ ਵਾਲੇ, ਠੀਕ ਹੈ ਜੀ, ਅਕਾਲੀ ਦਲ ਨੇ ਪਾਸ ਕੀਤਾ, ਬੀਜੇਪੀ ਨੇ, ਤਾਂ ਜਿਹੜੀ ਆਪਣੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਦੇਖ ਲਓ, ਪਹਿਲਾਂ ਉੱਥੇ ਵੀ ਪਾਸ ਕੀਤੇ 3 ਕਾਲੇ ਕਾਨੂੰਨ, ਕਾਂਗਰਸ ਪਾਰਟੀ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਇਹਨਾਂ ਕਾਲੇ ਕਾਨੂੰਨਾਂ ਨੂੰ ਨਕਾਰਿਆ ਵੀ ਸੀ। ਜਦੋਂ ਤੱਕ ਪੰਜਾਬ 'ਚ ਕਾਂਗਰਸ ਦੀ ਸਰਕਾਰ ਰਹੀ ਹੈ, ਜਦੋਂ ਆਪਣਾ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਤੇ ਖਰੋਚ ਵੀ ਨਹੀਂ ਆਉਣ ਦਿੱਤੀ ਕਾਂਗਰਸ ਪਾਰਟੀ ਨੇ। ਉਹਨਾਂ ਦੀ ਇੱਕ ਕਿੱਲਾ ਕੀ, ਇੱਕ ਮਰਲਾ ਜ਼ਮੀਨ ਵੀ ਉਹਨਾਂ ਨੇ ਕਦੇ ਕੁਰਕੀ ਨਹੀਂ ਹੋਣ ਦਿੱਤੀ, ਨਾ ਹੀ ਕਿਸਾਨ ਨੂੰ ਜੇਲ੍ਹ 'ਚ ਸੁੱਟਿਆ ਜਾ ਰਿਹਾ। ਅੱਜ ਜਿਵੇਂ ਹੀ ਆਮ ਆਦਮੀ ਪਾਰਟੀ ਆਉਂਦੀ ਹੈ ਪੰਜਾਬ ਦੇ ਵਿੱਚ, ਆ ਨਵੇਂ ਦੇਖੋ ਕਿਸਾਨਾਂ ਨੂੰ ਬ੍ਰਹਮਚਾਰੀ ਹੋ ਕੇ ਨੂੰ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ ਹੈ। ਕਹਿੰਦੇ ਅੱਜ ਇਹ ਭਾਵੇਂ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ, ਭਾਵੇਂ ਕਾਂਗਰਸ ਸਰਕਾਰ ਰਹੀ ਹੋਵੇ, ਉਹਨਾਂ ਨੇ ਕਿਸਾਨਾਂ ਨੂੰ ਸੰਭਾਲ ਕੇ ਰੱਖਿਆ, ਕਿਸਾਨੀ ਨੂੰ ਸੰਭਾਲ ਕੇ ਰੱਖਿਆ। ਪਰ ਆ ਜਿਹੜੀ ਨਵੀਂ ਪਾਰਟੀ ਹੈ ਇਹ ਕਿਸਾਨਾਂ ਦੀ ਤੁਸੀਂ ਹਮਾਇਤ ਨਹੀਂ ਕਰਦੀ। ਸ਼ੁਰੂ ਤੋਂ ਦੇਖੋ, ਜਦੋਂ ਵੀ ਆਪਣਾ ਦਿੱਲੀ ਦੇ ਵਿੱਚ ਬੋਲਦੇ ਰਹਿੰਦੇ ਨੇ ਅਕਸਰ, ਹਾਂਜੀ ਪਰਾਲੀ ਫੂਕੀ, ਪੋਲਿਊਸ਼ਨ ਦਿੱਲੀ 'ਚ ਹੁੰਦਾ ਜੀ, ਇਹ ਪੰਜਾਬ ਦਾ ਪੋਲਿਊਸ਼ਨ ਆ, ਪਰਾਲੀ ਫੂਕੀ, ਕਿਸਾਨਾਂ ਤੇ ਐਲੀਗੇਸ਼ਨ। ਪਾਣੀ ਦੀ ਗੱਲ ਕਰ ਲਓ ਤੁਸੀਂ, ਪਾਣੀਆਂ ਤੇ ਇਹਨਾਂ ਦੇ ਕੋਈ ਸੀਨੀਅਰ ਐਮਪੀ ਨੇ ਕੱਲ ਉਧਰ ਉਹਨਾਂ ਨੇ ਹਰਿਆਣੇ 'ਚ ਬਿਆਨ ਦੇ ਲਿਆ FIL ਤੇ, ਹਾਂਜੀ ਕਿ ਹਰਿਆਣੇ ਨੂੰ ਪਾਣੀ ਦਿੱਤਾ ਜਾਊਗਾ। ਪੰਜਾਬ ਦਾ ਪਾਣੀ ਹੈ, ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਕਿਸਾਨੀ, ਪਹਿਲਾਂ ਹੀ ਅਸੀਂ ਘਾਟੇ 'ਚ ਜਾਈ ਜਾ ਰਹੇ ਹਾਂ। ਹੁਣ ਦੇਖੋ, ਹੁਣ ਅੱਜ ਦੀ ਡੇਟ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਕਿਸਾਨ ਲਈ ਕੁਝ ਕਰਨਾ ਚਾਹੁੰਦੀ ਸੀ, ਸਰਦਾਰ ਬੰਦੂ ਸਿੰਘ ਮਾਨ ਜੀ ਕਿਸਾਨੀ ਦੇ ਨੇਤਾ ਸਾਡੇ 'ਚ ਬੈਠੇ ਨੇ, ਸਤਿਕਾਰਯੋਗ ਨੇ ਸਾਡੇ। ਅੱਜ ਦੇ ਯੂਕਰੇਨ 'ਚ ਕਣਕ ਦੀ ਮੰਗ ਹੈ, ਜੇ ਇਹੀ ਸਰਕਾਰ ਕੁਝ ਕਿਸਾਨਾਂ ਲਈ ਕਰਨਾ ਚਾਹੁੰਦੀ ਤਾਂ ਉਹ ਅੱਛੇ ਮੁੱਲ ਤੇ ਕਣਕ ਖਰੀਦ ਸਕਦੀ ਸੀ। ਕਣਕਾਂ ਹੁਣ ਸਰਕਾਰ ਨੂੰ, ਉਹਨਾਂ ਨੂੰ ਮਜਬੂਰਨ ਕਿਸਾਨਾਂ ਨੂੰ ਹੁਣ ਕੀ ਕਰੀਏ, ਕੁਝ ਸੁਣਦੇ ਨਹੀਂ, ਪੈਸਾ ਵਧਾਉਂਦੇ ਨਹੀਂ, ਕਿਸਾਨ ਮਜ਼ਦੂਰ ਜਿਹੜਾ ਦੁਖੀ ਹੋ ਕੇ ਆਪਣੀ ਜਿਹੜੀ ਹੈ ਅਡਾਨੀਆਂ ਦੇ ਸੈਲਰ ਉਹਨੂੰ ਕਣਕ ਵੇਚਣੀ ਪੈ ਰਹੀ ਹੈ। 500 ਰੁਪਏ ਵਧਾ ਸਕਦੀ, ਝਾੜ ਪਹਿਲੇ ਨਹੀਂ ਕਿਸਾਨ ਦਾ ਆਇਆ, ਇਸ ਕਰਕੇ ਝਾੜ ਕਿਸਾਨ ਨੂੰ ਬਹੁਤ ਪਰੇਸ਼ਾਨੀ ਸੀ। ਸਰਕਾਰ ਵਾਲੇ ਨਵੀਂ ਆਈ ਨੇ, ਅਨਐਕਸਪੀਰੀਅੰਸ ਹੈ ਇਹ ਲੋਕ, ਇਹਨਾਂ ਦੇ MLA ਨਵੇਂ ਗੁੰਗੇ ਬੜੇ ਬੈਠੇ ਨੇ, ਕਿਸੇ ਮੁੱਦੇ ਤੇ ਬੋਲਦੇ ਨੇ, ਮੂੰਹ 'ਚ ਦਹੀਂ ਜਮਾਈ ਬੈਠੇ ਨੇ, ਠੀਕ ਹੈ ਜੀ। ਕਾਂਗਰਸ ਪਾਰਟੀ ਨੇ ਇੱਕ ਦਾਣਾ ਜਿਹੜਾ ਕਿਸਾਨ ਦਾ ਚੱਕਿਆ, ਉਹਦੇ ਖਾਤੇ 'ਚ ਪੈਸੇ ਪਾਉਂਦੇ ਰਹੇ ਨੇ। ਹਲੇ ਤਾਂ ਇਹ ਸ਼ੁਰੂਆਤ ਹੈ, ਦੇਖਦੇ ਹਾਂ ਕਿਸਾਨੀ ਲਈ ਕੀ ਕਰਦੇ ਨੇ। ਪਹਿਲੇ ਝਟਕੇ ਦੇ ਵਿੱਚ ਕਿਸਾਨਾਂ ਨੂੰ ਜੇਲ੍ਹ 'ਚ ਸੁੱਟਣ ਲੱਗ ਗਏ, ਜਿਹੜਾ ਸਾਡਾ ਦੇਸ਼ ਦਾ ਅੰਨਦਾਤਾ, ਜਿਹਦੇ ਸਿਰ ਤੇ ਪੂਰਾ ਪੰਜਾਬ ਕੀ, ਪੂਰਾ ਦੇਸ਼ ਕੀ, ਪੂਰੀ ਦੁਨੀਆ 'ਚ ਉਹ ਆਪਣਾ ਅੰਨ ਪਹੁੰਚਾਉਂਦਾ ਜੀ। ਕੁਲਦੀਪ ਸਿੰਘ ਜੀ, ਕਿਵੇਂ ਵੇਖਦੇ ਹੋ ਜੀ? ਕਿਉਂਕਿ ਕਿਸਾਨੀ ਦਾ ਜਦ ਵੀ ਗੱਲ ਬੀਤੇ ਦਿਨੀ ਤੋਂ ਕਾਫੀ ਸਾਲਾਂ ਤੋਂ, 2 ਸਾਲਾਂ ਤੋਂ ਜਦ ਵੀ ਚੱਲ ਰਿਹਾ, ਸਭ ਤੋਂ ਪਹਿਲੇ ਜਿਹੜੀ ਸੈਂਟਰ ਪੁਆਇੰਟ ਦੇ ਉੱਤੇ ਹੈ ਉਹ BJP ਆ ਜਾਂਦੀ ਹੈ ਵੀ ਖੇਤੀ ਕਾਨੂੰਨ ਲਿਆਂਦੇ, ਕਿਸਾਨ ਵਿਰੋਧੀ ਕਾਨੂੰਨ ਲਿਆਂਦੇ। ਕਿਵੇਂ ਵੇਖਦੇ ਹੋ ਜੀ? ਜੇਕਰ ਕੁਝ ਫਾਇਦਿਆਂ ਲਈ ਸੀਗੇ, ਜੇਕਰ ਪਹਿਲਾਂ ਕੁਝ ਤੁਹਾਡੀ ਪਾਰਟੀ ਨੇ ਕੀਤਾ, ਜੇਕਰ ਇਹਨਾਂ ਸਾਰਿਆਂ ਨੇ ਕੁਝ ਕੀਤਾ, ਤੇ ਅੱਜ ਕਿਸਾਨੀ ਇੰਨੀ ਆਰਥਿਕ ਸੰਕਟ ਹੇਠ ਕਿਉਂ? ਦੇਖੋ ਗੁਰਪ੍ਰੀਤ ਜੀ, ਪਹਿਲਾਂ ਕਿਉਂਕਿ ਸਾਰੇ ਬੜੇ ਬਾਹਰ ਤੇ ਸੀਨੀਅਰ ਅੱਜ ਤੁਹਾਡੇ ਪੈਨਲ ਤੇ ਬੈਠੇ ਆ,
ਮੈਂ ਇਹਨਾਂ ਦੇ ਰੱਖਣੀ ਚਾਹੁੰਦਾ ਕਿ ਜਿਹੜੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਸਾਰੀ ਖੁਦਕੁਸ਼ੀਆਂ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਹਰ ਮਹੀਨੇ ਹੁੰਦੀਆਂ ਨੇ ਔਰ ਅਸੀਂ ਰੋਕ ਨਹੀਂ ਪਾ ਰਹੇ। ਇਹ ਸਾਡੀ ਨਲਾਇਕੀ ਹੈ ਸਾਰੀ ਲੀਡਰਾਂ ਦੀ, ਸਾਰੀਆਂ ਪਾਰਟੀਆਂ ਦੀ, ਭਾਵੇਂ ਭਾਰਤੀ ਜਨਤਾ ਪਾਰਟੀ ਹੈ, ਮੈਂ ਆਪ ਦੀ ਗੱਲ ਕਰਦਾ ਤੇ ਭਾਵੇਂ ਦੂਜੇ ਸਾਰੇ, ਜਿਹੜੀਆਂ ਨੀਤੀਆਂ ਪਹਿਲਾਂ ਦੁਨੀਆ ਵੀ ਘੜੀਆਂ ਉਹ ਨੀਤੀਆਂ ਕੋਸ਼ਿਸ਼ ਕੀਤੀ। ਕਿਸਾਨ ਨੇ ਆਪਦੇ ਵੱਲੋਂ ਦੇਸ਼ ਦਾ ਢਿੱਡ ਭਰਿਆ, ਸਾਡੇ ਭੰਡਾਰ ਅੱਜ ਭਰੇ ਪਏ ਆ, ਬਫਰ ਸਟਾਕਾਂ ਸਾਡੇ ਕੋਲੇ ਆ, ਪਰ ਉਹ ਨੀਤੀਆਂ ਨੇ ਕਿਸਾਨ ਨੂੰ ਕੁਝ ਨਹੀਂ ਦਿੱਤਾ। ਕਿਸਾਨ ਨੇ ਜਿਹੜਾ ਹੈਗਾ ਉਹਨੂੰ ਸਿਰਫ ਫੋਕਸ ਮਿਲੀ ਹੈ। तो भारतीय जनता पार्टी का जिथों तक सवाल है, ਅਸੀਂ कोशिश की सी कि ਜਿਹੜਾ 2022 तक किसान की इनकम डबल करिए और ऐसा काम करिए कि ਜਿਹੜਾ खेती ਦੇ ਵਿੱਚ ਨਿਵੇਸ਼ ਆਵੇ ਤੇ ਬਦਲਾਅ ਹੋਵੇ, ਡਿਵਰਸਿਫਿਕੇਸ਼ਨ ਹੋਵੇ। ਉਹ ਨੋ ਡਾਊਟ ਲੋਕਾਂ ਨੂੰ ਪਸੰਦ ਨਹੀਂ ਆਇਆ। ਸਾਡਾ ਉਹਨਾਂ ਨੂੰ ਲੱਗਿਆ ਕਿ ਖੇਤੀ 'ਚ ਪ੍ਰਾਈਵੇਟ ਨਿਵੇਸ਼ ਇੰਨਾ ਜ਼ਿਆਦਾ ਆਊਗਾ, ਸਾਡੇ ਜ਼ਮੀਨਾਂ ਤਲੀਆਂ ਜਾਣਗੀਆਂ। ਚਲੋ ਮਾਸਟਰ ਸਾਹਿਬ ਬੈਠੇ ਨੇ, ਮੈਂ ਇਸ ਤੇ ਪੋਲੀਟੀਕਲੀ ਹੱਕ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਪਰ ਇੱਕ ਗੱਲ ਬੜੀ ਹੈ ਮੈਨੂੰ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਇਹ ਸੁਧਾਰ ਪਹਿਲੇ ਲੱਗ ਗਏ। ਜਿਹੜੇ ਅਸੀਂ ਬਿੱਲ ਲੈ ਕੇ ਆਏ ਸੀ ਉਹ ਬਿੱਲ ਆਲਰੇਡੀ ਪੰਜਾਬ ਵਿੱਚ ਚੱਲ ਰਹੇ ਹੈ ਔਰ ਪਿਛਲੇ 10 ਸਾਲਾਂ ਤੋਂ ਲਾਗੂ ਹੈ। ਠੀਕ ਹੈ, ਕਿਹੜੀ ਸਰਕਾਰ 'ਚ ਲਾਗੂ ਕੀਤੇ ਗਏ ਜੀ ਇਹ ਬਿੱਲ ਜੀ? ਕਾਂਗਰਸ ਗਵਰਨਮੈਂਟ ਦੇ ਵਿੱਚ ਹੀ ਜਿਹੜਾ ਪੜਾਉਣ ਦਾ ਐਕਟ ਬਣਿਆ, ਉਸ ਤੋਂ ਬਾਅਦ ਜਿਹੜਾ ਹੈਗਾ ਅਕਾਲੀ ਭਾਜਪਾ ਸਰਕਾਰ ਵੇਲੇ ਬਿੱਲ ਬਣਿਆ ਜਿਹੜਾ ਕਿਹੜੇ ਸਾਲ 'ਚ ਕਾਂਗਰਸ ਗਵਰਨਮੈਂਟ ਵੱਲੋਂ ਕੀਤਾ ਗਿਆ ਜੀ? ਭੰਡਾਰਨ ਦਾ ਐਕਟ ਕਾਂਗਰਸ ਗਵਰਨਮੈਂਟ ਵੱਲੋਂ ਬਣਿਆ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕੰਟਰੈਕਟ ਫਾਰਮਿੰਗ ਐਕਟ ਆਇਆ। ਤਿੰਨੋਂ ਹੀ ਬਿੱਲ ਜਿਹੜੇ ਹੈਗੇ ਜਿਹੜੇ ਕੇਂਦਰ ਨੇ ਬਣਾਏ, ਇਹ ਮੈਂ ਨਹੀਂ ਕਹਿੰਦਾ, ਇਹ ਸਿੱਧੂ ਸਾਹਿਬ ਨੇ ਵੀ ਕਿਹਾ, ਬਿਆਨ ਦਿੱਤਾ, ਸ਼ਾਇਦ ਮੀਡੀਆ ਨੇ ਅਣਗੌਲਾ ਕਰਤਾ ਹੋਵੇ। ਪਰ ਅੱਜ ਜਦੋਂ ਤੁਸੀਂ ਦੇਖਦੇ ਹੈ ਕਿ ਅਡਾਨੀ ਦਾ ਜਿਹੜਾ ਬਿੱਲ ਤੋਂ ਬਾਅਦ ਵੀ ਚੱਲੀ ਜਾਂਦਾ ਹੈ, ਸਾਡੇ ਤਾਂ ਬਿੱਲ ਖਤਮ ਹੈ, ਕੇਂਦਰ ਦੇ ਤਾਂ ਬਿੱਲ ਹੈ ਨਹੀਂ, ਫਿਰ ਪੰਜਾਬ 'ਚ ਕਿਵੇਂ ਚੱਲੀ ਜਾਂਦਾ ਜੀ? ਤਾਂ ਲੋਕ ਉੱਥੇ ਸਿੱਟੀ ਜਾਂਦੇ ਆ, ਮੰਡੀ ਤੋਂ ਪਾਸੇ ਤੋਂ ਸਿੱਟੀ ਜਾਂਦੇ, ਇੱਕ ਵਿਵਸਥਾ ਚੱਲ ਰਹੀ ਹੈ ਪੰਜਾਬ ਦੇ ਵਿੱਚ, ਪਰ ਇਹਦਾ ਪ੍ਰਚਾਰ ਜਿਹੜਾ ਦੁਸ਼ਪ੍ਰਚਾਰ ਕੀਤਾ ਗਿਆ। ਜੇ ਆਪਾਂ ਗੱਲ ਕਰੀਏ ਸੁਧਾਰਾਂ ਦੀ ਤਾਂ ਸੁਧਾਰ ਇੱਕੋ ਚੀਜ਼ ਨਾਲ ਆ ਸਕਦੇ ਆ, ਉਹ ਹੈ ਕੋਆਪਰੇਟਿਵ ਮੂਵਮੈਂਟ। ਔਰ ਉਹ ਕੇਂਦਰ ਸਰਕਾਰ ਨੇ ਸ਼ੁਰੂਆਤ ਕਰਤੀ ਹੈ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਅਪਣਾਉਣ ਦੀ ਜੀ। ਔਰ ਹਰੇਕ ਆਰਗੇਨਾਈਜੇਸ਼ਨ ਨੂੰ 2 ਕਰੋੜ ਤੱਕ ਦੀ ਅਨਸਿਕਿਉਰਡ ਸਪੋਰਟ ਪ੍ਰਾਈਮ ਮਿਨਿਸਟਰ ਗਾਰੰਟੀ ਦੇ ਵਿੱਚ, ਐਫਪੀਓ ਬਣਾਉਣ ਲਈ 5 ਲੱਖ ਤੱਕ ਦੀ ਸਾਲਾਨਾ ਸਪੋਰਟ। ਇਹ ਜਿਹੜਾ ਸਾਰਾ ਕੁਝ ਹੈ ਕੇਂਦਰ ਸਰਕਾਰ ਨੇ 10,000 ਐਫਪੀਓ ਬਣਾਉਣ ਦੀ। ਇਹ ਬੜੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਲਾਹਾ ਨਹੀਂ ਲਿਆ, ਕਿਉਂਕਿ ਸਾਡੇ ਨਾਲ ਤਾਂ ਸ਼ਰੀਕਾਂ ਵਾਲਾ ਵਿਹਾਰ ਹੈ। ਭਾਵੇਂ ਤਾਂ ਕਾਂਗਰਸ ਦਾ ਸੀ, ਸਾਨੂੰ ਬੁਰਾ ਹੀ ਕਹੀ ਜਾਣਾ, ਸਾਡਾ ਚੰਗਾ ਵੀ ਨਹੀਂ ਇਹਨਾਂ ਨੇ ਲੈਣਾ, ਤੇ ਭਾਵੇਂ ਅੱਜ ਆਮ ਆਦਮੀ ਪਾਰਟੀ ਦਾ ਜੀ। ਇਹਨਾਂ ਨੇ ਵੀ ਮਤਲਬ ਕਿ ਜਿਹੜਾ ਕੇਂਦਰ ਨੂੰ, ਹੁਣ ਤੁਸੀਂ ਦੇਖੋ ਜੇ ਆਪਾਂ ਮਨਸ਼ਾ ਦੀ ਗੱਲ ਕਰੀਏ ਸਰਕਾਰ ਦੀ, ਜੀ ਸਰਕਾਰ ਜਦੋਂ ਆਈ ਹੈ ਤਾਂ ਲੱਭੀ ਦੇ ਵਿੱਚ ਆਉਣ ਸਾਰ ਕਿਸਾਨਾਂ ਦੇ ਕਿਤਾਬਾਂ ਚਾੜ ਦੇਣ ਜੀ, ਉਹ ਤਸੱਲੀ ਕਰਾ ਕੇ ਉਦੋਂ ਬਾਅਦ ਜਿਹੜਾ ਹੈਗਾ ਆਹ ਵਾਰੰਟ ਕੱਢਦੇ। ਐਸਾ ਪੈਨਿਕ ਕ੍ਰੀਏਟ ਹੋਇਆ, ਕਿਸਾਨ ਖੁਦਕੁਸ਼ੀਆਂ ਕਰਨ ਲੱਗ ਗਏ ਜੀ। ਤੁਸੀਂ ਚੈੱਕ ਕਰੋ ਕਿੰਨੀਆਂ ਖੁਦਕੁਸ਼ੀਆਂ ਪਿਛਲੇ 5-7 ਦਿਨਾਂ 'ਚ ਹੋਈਆਂ ਨੇ ਜੀ। ਉਹ ਪੈਨਿਕ ਕਰਕੇ ਜਦੋਂ ਕਿਸਾਨ ਨੂੰ ਪਤਾ ਲੱਗਿਆ ਵੀ ਭਾਈ ਮੇਰੇ ਕੋਲੇ ਫਸਲ ਤਾਂ ਆਈ ਨਹੀਂ, ਮੈਂ ਕਿੱਥੋਂ ਕਰਜ਼ਾ ਲਾਉਂਗਾ, ਮੈਨੂੰ ਤਾਂ ਪੁਲਿਸ ਵਾਲੇ ਫੜ ਕੇ ਲੈ ਜਾਣਗੇ, ਇਹਦੇ ਵਿੱਚ ਜ਼ਿੰਮੇਵਾਰ ਹੈ ਮੌਜੂਦਾ ਸਰਕਾਰ, ਮਾਫੀ ਮੰਗਣੀ ਚਾਹੀਦੀ ਹੈ ਨਾ। ਔਰ ਇਹ ਚੀਜ਼ ਜਿਹੜੀ ਹੈਗੀ ਹੈ ਇਸ ਮੌਕੇ ਪੈਨਿਕ ਜੀ ਆਪਦੀ ਮਾਥਾ ਕਲੀਅਰ ਕਰਦੀ ਇਹਨਾਂ ਨੇ ਕਿ ਭਾਈ ਜੇ ਤੁਸੀਂ ਬੋਲੇ ਇੱਥੇ ਮੋਦੀ ਨਹੀਂ ਹੈਗਾ, ਜਿਹੜਾ ਮਾਫੀ ਮੰਗ ਕੇ ਤੁਹਾਨੂੰ ਛੱਡ ਦੂਗਾ, ਡਾਂਗ ਫੇਰਾਂਗੇ ਨਾਲੇ ਅੰਦਰ ਕਰਾਂਗੇ। ਇਹ ਕਲੀਅਰ ਕੀਤਾ ਇਹਨਾਂ ਨੇ ਜੀ। ਔਰ ਇਹ ਗੱਲ ਜਿਹੜੀ ਹੈਗੀ ਆ ਬੜੀ ਖਤਰਨਾਕ ਹੈ। ਕਿਸਾਨ ਖੁਦਕੁਸ਼ੀਆਂ ਕਰਨ ਲੱਗ ਗਏ, ਜ਼ਿੰਮੇਵਾਰੀ ਚੱਕੇ ਪੰਜਾਬ ਸਰਕਾਰ ਜੀ। ਸਿਆਲ ਸਾਹਿਬ, ਰੋਹਿਤ ਜੀ, ਹੁਣੇ ਨਵੀਂ ਸਰਕਾਰ ਬਣੀ ਹੈ ਜੀ ਜੀ, ਮੈਂ ਤੋਂ ਸ਼ੁਰੂਆਤ ਆਰਥਿਕ ਤੰਗੀ ਹੈ, ਕਿਸਾਨੀ ਆਰਥਿਕ ਤੰਗੀ ਚੱਲ ਰਹੀ ਹੈ। ਨਰਮੇ ਦੀ ਫਸਲ ਦੀ ਅਨਾਉਂਸਮੈਂਟ ਹੋ ਚੁੱਕੀ ਹੈ, ਹਾਲੇ ਤੱਕ ਨਰਮੇ ਦੀ ਫਸਲ ਦੀ ਬਕਾਇਆ ਰਕਮ ਨਹੀਂ ਦਿੱਤੀ ਗਈ, ਪਹੁੰਚਾਈ ਨਹੀਂ ਗਈ। ਅੱਜ ਵੀ ਇੱਕ ਨਿੱਜੀ ਅਖਬਾਰ ਦੇ ਵਿੱਚ ਬਹੁਤ ਵੱਡਾ ਆਰਟੀਕਲ ਲੱਗਿਆ। ਕਿਵੇਂ ਦੇਖਦੇ ਹੋ ਜੀ, ਕੀ ਰੂਟ ਆਫ ਪਲਾਨ ਹੈ? ਕੀ ਕਿਸਾਨੀ ਇਦਾਂ ਹੀ ਸਿਆਸਤ ਦੀ ਭੇਡ ਚੜ੍ਹਦੀ ਰਹੇਗੀ ਕਿ ਕੋਈ ਹੱਲ ਵੀ ਨਿਕਲੇਗਾ? ਬਿਲਕੁਲ ਨਿਕਲੇਗਾ ਜੀ। मैं थे इस गल ना शुरुआत करांगा कि खुदा बख्श देता है उनको जिनकी किस्मत खराब होती है, वो हरगिज नहीं बख्शे जाते जिनकी नीयत खराब होती। साडी नीयत बिल्कुल साफ है जी। जय जवान और जय किसान वाला जिहड़ा नारा है जी, इनू असी दिलों बिलीव करते हैं, साडी पार्टी दिलों बिलीव करती है। किसान नू भी असी दिलों मत्था टेकते हैं जी, ते जवान नू भी दिलों असी मत्था टेकते हैं। और तुसी ये देखो कि 35-40 दिन होए ने साडी सरकार बनया, ठीक है जी।
ਔਰ ਇਹਨਾਂ 35-40 ਦਿਨਾਂ ਦੇ ਵਿੱਚ ਜੋ ਦੀ ਬੈਸਟ ਆਪਾਂ ਕਰ ਸਕਦੇ ਸੀ ਜੀ ਚੰਗੀ ਸਰਕਾਰ ਲੋਕਾਂ ਨੂੰ ਮੁਹੱਈਆ ਕਰਾਉਣ ਦੇ ਵਿੱਚ ਸਾਡੇ ਮਾਨ ਸਾਹਿਬ ਨੇ ਤੇ ਉਹਨਾਂ ਦੇ ਪੂਰੇ ਮੰਤਰੀ ਮੰਡਲ ਨੇ ਤੇ ਸਾਰੇ ਜਿੰਨੀ ਵੀ ਪਾਰਟੀ ਹੈ ਉਹਨਾਂ ਨੇ ਸਾਰਿਆਂ ਨੇ ਆਪਣਾ ਪੂਰਾ ਬੈਸਟ ਐਫਰਟ ਜਿਹੜਾ ਉਹ ਪਲੇ ਕੀਤਾ ਹੈ। ਰਹੀ ਜਿਹੜੀ ਇਹ ਵਾਰੰਟ ਦੀ ਗੱਲ, ਜਿਹੜਾ ਹੈ ਆਰੋਪ ਸਾਡੇ ਤੇ ਲੱਗ ਰਿਹਾ, ਇਹ ਮੈਂ ਦੱਸਣਾ ਚਾਹੁੰਦਾ, ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਇਹ ਜਿਹੜੇ ਵਾਰੰਟ ਸੀਗੇ ਇਹ ਪਿਛਲੀ ਸਰਕਾਰ ਨੇ ਕੱਢੇ ਸੀ। ਇਹ ਪਿਛਲੀ ਸਰਕਾਰ ਜਾਂਦੇ ਜਾਂਦੇ ਇਹ ਵਾਰੰਟ ਕੱਢ ਗਈ, ਕਾਂਗਰਸ ਸਰਕਾਰ। ਔਰ ਨਹੀਂ ਇਹ ਤਾਂ 2 ਦਿਨ ਪਹਿਲਾਂ ਹੀ ਤੁਹਾਡੇ ਵੱਲੋਂ ਫਰਮਾਨ ਜਾਰੀ ਹੋਇਆ ਸੀਗਾ ਜੀ। ਨਹੀਂ ਮੈਂ ਉਹੀ ਗੱਲ, ਜੇ ਉਹ ਕੱਟ ਗਏ ਤਾਂ ਤੁਹਾਨੂੰ ਵਾਪਸ ਲੈਣਾ ਚਾਹੀਦਾ ਸੀ, ਤੁਸੀਂ ਦੁਬਾਰਾ ਜਾਰੀ ਕਰਕੇ ਵਾਪਸ ਕਿਉਂ ਲੈ ਰਹੇ ਹੋ ਫਿਰ? ਇੱਕ ਕਿਸਾਨ ਦੇਖੋ ਇਹ ਤਾਂ ਗੱਲ ਤੁਹਾਡੇ ਸਾਹਮਣੇ ਹੈ ਜੀ। ਪ੍ਰਦੀਪ ਜੀ ਵਿੱਚ ਫਿਰ ਤੁਸੀਂ ਆਪਣਾ ਬਿਆਨ ਦਿਓ, ਮੇਰੀ ਗੱਲ ਪੂਰੀ ਹੋ ਲੈਣ ਦਿਓ। ਇਹ ਸਾਡੇ ਜਿਹੜੇ ਕੁਝ ਅਫਸਰਾਂ ਦੀ ਨਲਾਇਕੀ ਹੈ ਜਿਨ੍ਹਾਂ ਨੇ ਇਹ ਕੱਢੇ, ਉਹਨਾਂ ਨੂੰ ਇਹਦੇ ਉੱਪਰ ਨਹੀਂ ਅਸੀਂ ਇਹ ਅਫਸਰਾਂ ਤੇ ਨਹੀਂ ਨਾ ਪਾ ਸਕਦੇ। ਏਦਾਂ ਦੇ ਹਰ ਪਾਰਟੀ ਇਹ ਕਹਿ ਦੇਗੀ ਸਾਡੀ ਅਫਸਰਾਂ ਦੀ ਨਲਾਇਕੀ ਹੈ, ਫਿਰ ਸਰਕਾਰ ਦੀ ਜ਼ਿੰਮੇਵਾਰੀ ਕੀ ਹੋਈ? ਜੇਕਰ ਅਫਸਰ ਕੋਈ ਜਾਰੀ ਕਰ ਰਹੇ ਨੇ ਵਿਦਆਊਟ ਦਾ ਨੋਟਿਸ ਆਫ ਦਾ ਗਵਰਨਮੈਂਟ, ਫਿਰ ਗਵਰਨਮੈਂਟ ਉੱਤੇ ਕੀ ਕਰ ਰਹੀ ਹੈ? ਸਰ ਸਾਡੀ ਗਵਰਨਮੈਂਟ ਨੇ ਉੱਤੇ ਪੂਰਾ ਸਟੈਂਡ ਲਿਆ। ਨਹੀਂ ਉਹਦਾ ਤਦ ਲਿਆ ਜਦ ਵਿਰੋਧ ਹੋਣਾ ਸ਼ੁਰੂ ਹੋਇਆ। ਜੇ ਜਾਰੀ ਹੋਇਆ ਅਗਲੇ ਦਿਨ ਹੀ ਸਵੇਰੇ ਕਹਿ ਦੇਣਾ ਚਾਹੀਦਾ ਸੀਗਾ, ਇਹ 2 ਦਿਨ ਬਾਅਦ ਹੀ ਕਿਉਂ? ਗਵਰਨਮੈਂਟ ਨਹੀਂ ਜਿਸ ਤਰ੍ਹਾਂ ਹੀ ਸਾਡੇ ਮੰਤਰੀ ਮੰਡਲ ਦੇ ਧਿਆਨ ਦੇ ਵਿੱਚ ਇਹ ਗੱਲ ਆਈ, ਉਸੇ ਵੇਲੇ ਦੇਖੋ ਰੋਹਿਤ ਜੀ, ਦੇਖੋ ਐਡਾ ਵੱਡਾ ਇੱਕ ਫੈਸਲਾ ਲਿਆ ਜਾ ਰਿਹਾ ਹੈ, ਤੁਸੀਂ ਕਹਿੰਦੇ ਹੋ ਵੀ ਮੰਤਰੀ ਮੰਡਲ ਦੇ ਧਿਆਨ ਵਿੱਚ ਨਹੀਂ ਸੀ ਇਹ ਗੱਲ, ਇਹ ਫਿਰ ਫੈਸਲਾ ਜਾਰੀ ਕਿਵੇਂ ਹੋ ਗਿਆ? ਇਹ ਤੇ ਗੱਲਾਂ ਰਿਕਾਰਡਡ ਨੇ ਸਰ। ਇਹ ਪਿਛਲੀ ਸਰਕਾਰ, ਕਾਂਗਰਸ ਸਰਕਾਰ ਇਹ ਵਾਰੰਟ ਇਸ਼ੂ ਕਰਕੇ ਗਈ ਹੈ, ਜਿਹਨੂੰ ਉਹਨਾਂ ਨੇ ਮਤਲਬ ਰੀ ਇਸ਼ੂ ਕਰ ਦਿੱਤਾ ਕੁਝ ਅਫਸਰਾਂ ਦੀ ਨਲਾਇਕੀ ਦੇ ਨਾਲ, ਠੀਕ ਹੈ ਜੀ। ਔਰ ਉਹਦੇ ਉੱਪਰ ਸਾਡੀ ਸਰਕਾਰ ਨੇ ਮੇਰੀ ਬੇਨਤੀ ਮੈਂ ਆਉਣਾ ਜੀ, ਪ੍ਰਦੀਪ ਜੀ ਤੁਹਾਡੇ ਵੱਲ ਵੀ ਆਉਣਾ ਜੀ। ਅਸੀਂ ਹਾਂਜੀ ਤੁਸੀਂ ਉਹਨਾਂ ਦੀ ਵੀ ਗੱਲ ਸੁਣਨਾ, ਬਿਲਕੁਲ ਸਹੀ ਗੱਲ ਹੈ ਜੀ। ਇਹ ਰਿਕਾਰਡਡ ਹੈ, ਤੁਸੀਂ ਯੂ ਕੈਨ ਚੈੱਕ ਦੀ ਰਿਕਾਰਡ ਸਰ। ਠੀਕ ਹੈ ਜੀ। ਰੁਲਦੂ ਸਿੰਘ ਮਾਨਸਾ ਜੀ ਔਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜਾ ਕਰਜ਼ਾ ਦੇ ਲਈ ਅਰੈਸਟ ਦੇ ਆਰਡਰਸ ਕੱਢੇ ਗਏ ਨੇ ਉਹ ਕਾਂਗਰਸ ਗਵਰਨਮੈਂਟ ਵੱਲੋਂ ਕੱਢੇ ਗਏ ਨੇ ਅਤੇ ਸਾਡੀਆਂ ਕੁਝ ਅਫਸਰੀਆਂ ਦੀ ਨਲਾਇਕੀਆਂ ਕਰਕੇ ਉਹ ਦੁਬਾਰਾ ਰੀ ਇਸ਼ੂ ਹੋ ਗਏ। ਜਦ ਮੰਤਰੀ ਮੰਡਲ ਦੇ ਧਿਆਨ ਵਿੱਚ ਆਏ ਤੇ ਅਸੀਂ ਸਟੈਂਡ ਲੈ ਕੇ ਉਹਨੂੰ ਵਾਪਸ ਲੈ ਲਿਆ। ਵਈ ਜਿਹੜੇ ਜਾਰੀ ਕੀਤੇ ਗਏ ਨੇ ਇਹ ਅਫਸਰ ਲੌਬੀ ਵੱਲੋਂ ਕੀਤੇ ਗਏ ਨੇ, ਸਰਕਾਰ ਵੱਲੋਂ ਨਹੀਂ ਕੀਤੇ ਗਏ। ਜਦ ਸਰਕਾਰ ਨੂੰ ਇਹਦਾ ਪਤਾ ਲੱਗਾ ਉਹਨਾਂ ਨੇ ਵਾਪਸ ਲੈ ਲਏ। ਕੀ ਕਹਿਣਾ ਜੀ ਇਸ ਮੁੱਦੇ ਬਾਰੇ? ਮੈਂ ਕਹਿਣਾ ਚਾਹੁੰਦਾ ਧਾਰਾ 67 ਪਹਿਲਾਂ ਖਾਰਜ ਕਰਤੀ ਸੀ, ਉਹ ਸਸਪੈਂਡ ਕਰਤੀ ਸੀ ਜੀ। ਧਾਰਾ 67 ਇਹਨਾਂ ਨੇ ਦੁਬਾਰੇ ਅੰਦਰ ਖਾਤੇ ਦੁਬਾਰੇ ਲਾਗੂ ਕੀਤੀ ਹੈ। ਇਹਨਾਂ ਨੂੰ ਪੁੱਛੋ ਵੀ ਦੁਬਾਰੇ ਇਹਨੂੰ ਖਾਰਜ ਕਰਨਗੇ, ਧਾਰਾ 67 ਨੂੰ ਸਸਪੈਂਡ ਕਰਨਗੇ, ਤੇ ਜੇ ਧਾਰਾ 67 ਰੱਖਣਗੇ ਤਾਂ ਅਫਸਰਾਂ ਦਾ ਘਰ ਜਾਣਾ ਹੀ ਜਾਣਾ ਹੈਗਾ। ਜੇ ਮਤਲਬ ਪਹਿਲਾਂ 600 ਯੂਨਿਟ ਕਿਹਾ ਕਿ ਜਨਰਲ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨਹੀਂ, ਹੁਣ ਨਵੇਂ ਤੋਂ ਨਵੇਂ ਨੁਕਤੇ ਕੱਢ ਕੇ ਉੱਤੇ ਗੱਲ ਕਰਨੀ। ਕਿਹੜੀ ਸਰਕਾਰ ਨੇ ਵਾਅਦੇ ਕਰਕੇ ਕਿਹੜੀ ਨਹੀਂ ਮੁੱਕਰੀ? ਮੋਦੀ ਕਹਿੰਦਾ 15 ਲੱਖ ਦਿਓ, ਕੈਪਟਨ ਨੇ ਗੁੱਟ ਤੇ ਸਹੁੰ ਖਾਧੀ, ਕਹਿੰਦਾ ਵੀ ਮੈਂ ਸਾਰਾ ਕਰਜ਼ਾ ਮਾਫ ਕਰੂੰ ਵਿਦਿਆਰਥੀਆਂ ਦਾ। ਕਿਹੜੇ ਨੇ ਤੇ ਇਹਨਾਂ ਨੇ ਕਿਹਾ ਸੀ 600 ਯੂਨਿਟ ਦੇਵਾਂਗੇ, ਉਹਦੇ ਦਾ ਕਿਹਾ ਨਹੀਂ ਵੀ ਅਸੀਂ ਜਨਰਲ ਵਰਗ ਨੂੰ ਦਿੰਦੇ ਨਹੀਂਗੇ। ਇਹਨਾਂ ਨੂੰ ਸੱਤਾ ਤੇ ਲਿਆਂਦਾ ਜਨਰਲ ਵਰਗ ਨੇ ਆਪਣੇ ਕਿਸਾਨ ਲੀਡਰਾਂ ਨੂੰ ਛੱਡ ਕੇ ਇਹਨਾਂ ਕੰਨੀ ਹੋਏ ਨੇ ਕਿ ਵੀ ਕੁਝ ਫਾਇਦਾ ਹੋਊਗਾ, ਤੇ ਅੱਜ ਭੱਜ ਰਹੇ ਨੇ, ਉਲਟਿਆ ਕਿਸਾਨਾਂ ਦੇ ਵਾਰੰਟ ਕੱਢ ਰਹੇ ਨੇ। ਵਾਰੰਟ ਦਾ ਪਹਿਲਾਂ ਇਹ ਉਹੀ ਕਹਿ ਰਹੇ ਨੇ ਕਿ ਜਿਹੜੇ ਵਾਰੰਟ ਨੇ ਉਹ ਅਸੀਂ ਨਹੀਂ ਜਾਰੀ ਕੀਤੇ, ਸਾਡੀ ਅਫਸਰਸ਼ਾਹੀ ਨੇ ਜਾਰੀ ਕਰਤੇ, ਪਰ ਜਦ ਸਾਡੇ ਧਿਆਨ ਚ ਆਇਆ ਅਸੀਂ ਵਾਪਸ ਲੈ ਲਏ। ਕੋਈ ਬੇਨਤੀ ਪੁੱਛ ਲਵਾਂ ਦੁਬਾਰਾ ਤੁਹਾਨੂੰ ਕਹਿਣਾ, ਜਿਹੜੀ ਧਾਰਾ 67 ਹੈ ਕਿ ਉਹਨੂੰ ਸਸਪੈਂਡ ਕਰਨਗੇ, ਬਸ ਇੰਨੇ ਗੱਲ ਦਾ ਜਵਾਬ ਜੀ। ਰੋਹਿਤ ਜੀ ਧਾਰਾ 67 ਸਸਪੈਂਡ ਹੋਏਗੀ ਸਰ, ਜੋ ਬੈਸਟ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਹੋਏਗਾ ਸਾਡੀ ਉਹ ਸਰਕਾਰ ਬਿਲਕੁਲ ਕਰੇਗੀ। ਔਰ ਮੈਂ ਮਾਨਸਾ ਸਾਹਿਬ ਨੂੰ ਇਹ ਗੱਲ ਯਕੀਨ ਦਿਵਾਉਣਾ ਚਾਹੁੰਦਾ ਕਿ ਇਹਨਾਂ ਨਾਲ ਦੁਆਰਾ ਹੋਵੇ ਵੀ ਫਿਰ ਅਫਸਰਸ਼ਾਹੀ ਵੱਲੋਂ ਕੁਝ ਹੋਰ ਜਾਰੀ ਹੋ ਜਾਵੇ। ਮੇਰੀ ਗੱਲ ਪੂਰੀ ਹੋ ਲੈਣ ਦਿਓ। ਮੈਂ ਮਾਨਸਾ ਸਾਹਿਬ ਨੂੰ ਇਹ ਯਕੀਨ ਦਿਵਾਉਣਾ ਚਾਹਨਾ ਕਿ ਭਈ ਆਪਾਂ ਕਿਸਾਨਾਂ ਦੇ ਹੱਕ ਵਾਲੀ ਸਾਡੀ ਆਪ ਸਰਕਾਰ ਹੈ, ਔਰ ਸਾਨੂੰ ਸਿਰਫ ਅਜੇ 35-40 ਦਿਨ ਹੋਏ ਆ ਸਾਨੂੰ ਮਤਲਬ ਕੰਮ ਕਰਨ ਵਾਸਤੇ ਜਿੰਨਾ ਸਾਨੂੰ ਸਮਾਂ ਚਾਹੀਦਾ ਉਹਨੂੰ ਸਮਾਂ ਪੂਰਾ ਹੈ ਜੀ। ਪ੍ਰਦੀਪ ਜੀ ਆਪਾਂ ਕਿਸਾਨਾਂ ਦੀ ਲੜਾਈ ਔਰ ਕਿਸਾਨਾਂ ਦੇ ਹੱਕ ਜਿਹੜੇ ਆ
ਉਹ ਪੂਰੇ ਕਿਸਾਨਾਂ ਦੇ ਘਰਾਂ ਤੱਕ ਪਹੁੰਚਾਵਾਂਗੇ। ਇਹ ਮੈਂ ਜ਼ਰੂਰ ਇਹਨਾਂ ਨੂੰ ਮਾਨਸਾ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ। ਬਾਕੀ ਜਿਹੜੀ ਕੋਤਾਹੀ ਅਫਸਰਾਂ ਵੱਲੋਂ ਵਰਤੀ ਗਈ ਆ ਉਹਨਾਂ ਤੇ ਜੋ ਵੀ ਲੀਗਲ ਐਕਸ਼ਨ ਜੋ ਵੀ ਬਣੇਗਾ, ਕੋਈ ਲੀਗਲ ਐਕਸ਼ਨ ਲਿਆ ਜਾਵੇਗਾ ਜੀ ਅਫਸਰਸ ਉੱਤੇ ਇਸ ਉੱਪਰ? ਮੈਂ ਕਿਹਾ ਜੀ ਬਿਲਕੁਲ ਜੋ ਕਦ ਤੱਕ ਐਕਸਪੈਕਟੇਸ਼ਨ ਲਈ ਹੈ ਜੀ? ਮੈਂ ਕਿਹਾ ਜੀ ਇਹ ਔਨ ਸਮਝ ਲਓ ਕਿ ਰਨਿੰਗ ਹੈ ਜੀ, ਇਹ ਐਕਸ਼ਨ ਰਨਿੰਗ ਹੈ। ਸੋ ਯੂ ਵਿਲ ਸੀ ਸਰ। ਠੀਕ ਹੈ ਜੀ ਪ੍ਰਦੀਪ ਜੀ। ਜੀ ਸਰ ਜੀ ਦੇਖੋ, ਮੈਂ ਸਰਦਾਰ ਉਦਮ ਸਿੰਘ ਮਾਨਸਾ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਆਪਣਾ ਠਿਕਰਾ ਹੈ ਹੁਣ ਕਿਸੇ ਹੋਰ ਤੇ ਫੋੜ ਰਹੇ ਨੇ। ਜਿਹੜੀ ਧਾਰਾ 67 ਹੈ, ਜਦੋਂ ਕੈਂਸਲ ਸੀ ਇਹਨਾਂ ਨੇ ਪਹਿਲਾਂ ਉਹ ਲਾਗੂ ਕੀਤੀ ਹੈ। ਧਾਰਾ 67 ਲੈ ਕੇ ਆਏ ਆ। ਮੇਰੇ ਭਾਈ ਸਾਹਿਬ ਰੋਹਿਤ ਜੀ ਦੇਖੋ ਆਪਣਾ ਉਹਨੇ ਟੀਵੀ ਤੇ ਕਹਿ ਰਹੇ ਨੇ ਕਿ ਆਪ ਮੰਨ ਰਹੇ ਨੇ ਕਿ ਸਾਡੇ ਅਫਸਰਾਂ ਦੀ ਕੋਤਾਹੀ ਨਾਲ ਇਹ ਹੋਇਆ। ਅਫਸਰ ਕਿਹਦੇ ਨੇ ਜੀ? ਅਫਸਰ ਪੰਜਾਬ 'ਚ ਸਰਕਾਰ ਕਿਹਦੀ? ਆਮ ਆਦਮੀ ਪਾਰਟੀ ਦੀ। ਅਫਸਰਸ਼ਾਹੀ ਕਿਹਨਾਂ ਦੀ ਹੈ? ਇਹਨਾਂ ਦੀ। ਅਫਸਰ ਪ੍ਰਦੀਪ ਜੀ ਅਸੀਂ ਉਸੇ ਵੇਲੇ ਰੋਕ ਵੀ ਤੇ ਦਿੱਤਾ। ਤੁਸੀਂ ਇਹ ਵੀ ਤਾਂ ਦੇਖੋ, ਤੁਸੀਂ ਤੇ 5 ਸਾਲ ਰਾਜ ਕੀਤਾ ਔਰ ਕਿਸਾਨ ਦਰ ਵਿਚਾਰੇ ਆਪਣੇ ਹੱਕਾਂ ਵਾਸਤੇ ਤੁਹਾਡੇ ਦਰਵਾਜ਼ੇ ਖੜਕਾਉਂਦੇ ਰਹੇ ਨੇ। ਤੁਸੀਂ ਆਪਣੀ ਵੀ ਡੰਡਾ ਮਾਰੋ ਨਾ। ਹਾਂਜੀ ਤੁਸੀਂ ਆਪਣੀ ਗੱਲ ਰੱਖਦੀ ਨਾ, ਤੁਸੀਂ ਸੁਣਨ ਦੀ ਵੀ ਥੋੜੀ ਸ਼ਕਤੀ ਰੱਖੋ। ਆਪਣੀ ਗੱਲ ਰੱਖਦੀ ਸੁਣੋ ਪਲੀਜ਼ ਜੀ 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 ਪ੍ਰਦੀਪ ਜੀ ਜੀ ਇਨ ਸ਼ਾਰਟ ਤਾਰ ਤੁਸੀਂ ਲੈ ਆਏ, ਠੀਕ ਹੈ। ਜਦੋਂ ਤੁਸੀਂ ਉਹੀ ਗੱਲ ਕਰਦੀ ਪਹਿਲਾਂ ਤਾਂ ਕਾਲੇ ਕਾਨੂੰਨ ਲਾਗੂ ਕਰਤੇ। ਉਹ ਤੋਂ ਬਾਅਦ ਜਦੋਂ ਕਿਸਾਨ 700 ਕਿਸਾਨ ਸ਼ਹੀਦ ਹੋ ਗਏ, ਕਿਸਾਨ ਬਾਰਡਰਾਂ ਤੇ ਬੈਠਾ ਰਿਹਾ, ਠੀਕ ਹੈ। ਕਿਸਾਨ ਆਪਣੀ ਆਨ ਬਾਨ ਸ਼ਾਨ ਲਈ ਲੜਦਾ ਰਿਹਾ। ਉਹ ਤੋਂ ਬਾਅਦ ਕਿਸਾਨੀ ਜਿਹੜੇ ਆਪਣੇ ਕਾਲੇ ਕਾਨੂੰਨ ਵੀ ਵਾਪਸ ਲੈ ਲਏ ਸੀ। ਅੱਜ ਤੁਸੀਂ ਪਹਿਲਾਂ ਤਾਂ ਕਿਸਾਨਾਂ ਲਈ ਵਾਰੰਟ ਕੱਢਤੇ, ਠੀਕ ਹੈ ਜੀ। 67 ਲਾਗੂ ਕਰਕੇ ਉਹ ਤਾਂ ਬੀਜੇਪੀ ਨੇ ਵਾਪਸ ਲਏ ਨਾ, ਉਹਦਾ ਆਮ ਆਦਮੀ ਪਾਰਟੀ ਦਾ ਤਾਂ ਕੋਈ ਨਹੀਂ। ਇੱਕ ਕਿਸਾਨ, ਭਾਈ ਸਾਹਿਬ ਮੇਰੀ ਬੇਨਤੀ ਸੁਣੋ, ਇੱਕ ਕਿਸਾਨ ਅਰੈਸਟ ਵੀ ਹੋਇਆ। ਉਸ ਤੋਂ ਬਾਅਦ ਜਦੋਂ ਜਿਹੜੇ ਕਿਸਾਨੀ ਆਪਣਾ ਅੰਦੋਲਨ ਤੋਂ ਬਾਅਦ ਕਿਸਾਨ ਜਿਹੜੇ ਆਪਣਾ ਰੁੰਦੂ ਸਿੰਘ ਮਾਨ ਜੀ ਨੇ ਹੁਣੇ ਕਿਹਾ ਹੈ, ਜਦੋਂ ਅਰੈਸਟ ਹੋਣ ਤੋਂ ਬਾਅਦ ਉਹਨਾਂ ਨੇ ਆ ਕੇ ਔਨ 에ਅਰ ਇਹਨਾਂ ਦੇ ਚੀਮਾ ਸਾਹਿਬ ਨੇ ਬਿਆਨ ਦਿੱਤਾ ਆ ਕੇ। ਚੀਮਾ ਸਾਹਿਬ ਕਹਿੰਦੇ ਨੇ ਕਿ ਹਾਂਜੀ ਹੁਣ ਅਸੀਂ ਵਾਪਸ ਲੈਣੇ। ਪਹਿਲਾਂ ਤੁਸੀਂ ਕਰ ਹੀ ਰਹੇ ਹੋ, ਤੁਸੀਂ ਆਪ ਕਹ ਰਹੇ ਅਫਸਰਾਂ ਦੀ ਕੋਤਾਹੀ ਵਰਤੀ ਗਈ ਹੈ। ਜੀ ਸ਼੍ਰੋਮਣੀ ਅਕਾਲੀ ਦਲ ਕੇਐਸ ਮਠਾੜੂ ਜੀ ਕਿਵੇਂ ਵੇਖ ਰਹੇ ਹੋ ਜੀ? ਕਹਿੰਦੇ ਅਫਸਰਾਂ ਦੀ ਕੋਤਾਹੀ ਕਰਕੇ ਵਾਰੰਟ ਇਸ਼ੂ ਹੋ ਗਏ ਨੇ। ਮੈਨੂੰ ਥੋੜਾ ਟਾਈਮ ਦੇ ਦਿਓ ਗੁਰਪ੍ਰੀਤ ਜੀ। ਇਹਨਾਂ ਨੇ ਬੜਾ ਸ਼ਾਰਟ ਦੇ ਵਿੱਚ ਬੜੀ ਡੈਰੋਗੇਟਰੀ ਵਰਡਿੰਗ ਯੂਜ਼ ਕੀਤੀ ਹੈ ਆਪਣੇ ਅਫਸਰਾਂ ਪ੍ਰਤੀ। ਚੰਗੀ ਗੱਲ ਨਹੀਂ ਹੈ, ਮਾੜੀ ਗੱਲ ਹੈ। ਅਫਸਰ ਤੁਹਾਡੇ ਥੱਲੇ ਕੰਮ ਕਰਦੇ ਆ, ਅਫਸਰਾਂ ਨੇ ਤੁਹਾਡੀ ਡਾਇਰੈਕਸ਼ਨ ਤੇ ਕੰਮ ਕਰਨਾ। ਮੈਨੂੰ ਇੱਕ ਗੱਲ ਦੱਸੋ, ਇਹ ਕਹਿੰਦੇ ਅੱਜ ਸਾਨੂੰ 35 ਦਿਨ ਹੋਏ ਆ, 35 ਦਿਨਾਂ ਦੇ ਵਿੱਚ ਅਸੀਂ ਕੀ ਕਰ ਦਈਏ? ਉਹ ਭਾਈ 35 ਦਿਨ ਤਾਂ ਹੋਏ ਆ। ਜੇ 35 ਦਿਨਾਂ ਦੇ ਵਿੱਚ ਤੁਸੀਂ ਗਲਤ ਕੰਮ ਕਰੋਗੇ ਤਾਂ ਲੋਕ ਤਾਂ ਰੌਲਾ ਪਾਉਣਗੇ। ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਭਾਰਤ, ਤੁਸੀਂ ਗੱਲ ਨੂੰ ਘੁਮਾਉਣਾ। ਮੈਂ ਤੁਹਾਨੂੰ ਕੀ ਕਿਹਾ? ਤੁਸੀਂ ਤੇ ਸਾਲ ਰਾਜ ਕਰਤਾ। ਮੇਰੀ ਬੇਨਤੀ ਹੈ ਅਸੀਂ ਸਾਰਥਕ ਡਿਸਕਸ਼ਨ ਕਰਨੀ ਹੈ। ਹਰੇਕ ਚੈਨਲ ਤੇ ਇਹੀ ਪ੍ਰੋਬਲਮ ਹੈ, ਤੁਸੀਂ ਗੱਲ ਹੀ ਸੁਣਦੇ ਕਿਸੇ ਦੀ। ਸੁਣ ਲਓ ਤੁਸੀਂ 35 ਦਿਨਾਂ ਦੇ ਵਿੱਚ ਭਾਖੜਾ ਮੈਨੇਜਮੈਂਟ ਬੋਰਡ ਦੀ ਮੈਂਬਰਸ਼ਿਪ ਤੇ ਕੀ ਤੁਸੀਂ ਮੁੱਦਾ ਚੱਕਿਆ? ਉਹ ਤੁਸੀਂ ਚੰਡੀਗੜ੍ਹ ਦੇ ਵਿੱਚ ਤੇ ਚੰਡੀਗੜ੍ਹ ਦੇ ਮੁੱਦੇ ਦੇ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ। ਉਹ ਮਤਾ ਕਿਸ ਨੂੰ ਦਿੱਤਾ? ਰੈਜ਼ੋਲੂਸ਼ਨ ਕਿਸ ਨੂੰ ਦਿੱਤਾ? ਉਹਦੀ ਕੋਈ ਗੱਲ ਕੀਤੀ? ਤੁਸੀਂ ਨੀਅਤ ਦੀ ਗੱਲ ਕਰਦੇ ਹੋ, ਕਹਿੰਦੇ ਨੀਅਤ ਜਿਹੜੀ ਸਾਫ਼ ਹੈ। ਤੁਸੀਂ ਕਹਿੰਦੇ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਅਫਸਰਾਂ ਤੇ। ਲੰਬੀ ਦੇ ਹਲਕੇ ਦੇ ਵਿੱਚ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ। ਜਿਹੜੇ ਅਫਸਰਾਂ ਨੇ ਲਾਠੀ ਚਾਰਜ ਕੀਤਾ, ਅਗਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ, ਉਹਨਾਂ ਤੇ ਤੁਸੀਂ ਕੀ ਕਾਰਵਾਈ ਕੀਤੀ ਹੈ? ਤੁਹਾਡੇ ਹਰਿਆਣੇ ਦੇ ਦਿੱਲੀ ਤੋਂ ਬਣੇ ਰਾਜ ਸਭਾ ਦੇ ਮੈਂਬਰ ਸੁਸ਼ੀਲ ਗੁਪਤਾ ਨੇ ਇਹ ਬਿਆਨ ਦਿੱਤਾ ਦੇ ਕਹਿਣ ਤੇ। ਉਹ ਕਹਿੰਦੇ ਭਾਈ ਅਸੀਂ ਦਿੱਲੀ ਇੱਥੇ ਆਪਣੇ SYL ਦੇ ਰਾਹੀਂ ਪਾਣੀ ਹੈ ਜਿਹੜਾ ਹਰਿਆਣੇ ਨੂੰ ਜਾਵਾਂਗੇ, ਦਿੱਲੀ ਨੂੰ ਲੈ ਕੇ ਜਾਵਾਂਗੇ, ਇਹ ਸਾਡੇ ਹਰਿਆਣੇ। ਤੁਹਾਡੀ ਪਾਰਟੀ ਨੇ ਉਹਦੇ ਉੱਪਰ ਕੀ ਕਾਰਵਾਈ ਕੀਤੀ? ਉਹਦੇ ਤੇ ਡਿਸਪਲਿਨਰੀ ਕੋਈ ਕਾਰਵਾਈ ਕੀਤੀ? ਨਹੀਂ ਕੀਤੀ। ਦੂਜੀ ਗੱਲ, ਤੁਸੀਂ ਜਿਹੜੀ ਗੱਲ ਕਰਦੇ ਹੋ 35 ਦਿਨਾਂ ਵਾਲੀ, ਤੁਸੀਂ 35 ਦਿਨਾਂ ਦੇ ਵਿੱਚ ਐਲਾਨ ਕਿੰਨੇ ਕਰਤੇ? ਪਹਿਲਾਂ ਵਾਲਾ ਹੁੰਦਾ ਸੀ ਐਲਾਨ ਮੰਤਰੀ, ਤੁਸੀਂ ਹੋ ਬਿਆਨ ਮੰਤਰੀ। ਹੁਣ 35,000 ਨੌਕਰੀ ਜਿਹੜੀ ਕੱਚੇ ਪੱਕੇ ਕਰਨ ਦੀ ਤੁਸੀਂ ਐਲਾਨ ਕਰਤਾ। ਨੋਟੀਫਿਕੇਸ਼ਨ ਕਿੱਥੇ ਹੈ? 25,000 ਨਵੀਂ ਨੌਕਰੀ ਦਾ ਐਲਾਨ ਕਰਤਾ। ਕੱਢੀਆਂ 147 ਪੋਸਟਾਂ, ਉਹਦਾ ਨੋਟੀਫਿਕੇਸ਼ਨ ਕਿੱਥੇ ਹੈ? ਜਿਹੜੀ ਦੂਸਰੀ ਗੱਲ ਕਰਦੇ ਹੋ, ਆ ਜਿਹੜਾ ਤੁਸੀਂ ਨੰਬਰ ਜਾਰੀ ਕੀਤਾ ਹੈ, ਕਹਿੰਦੇ ਵੀ ਇਹ ਤੇ ਕਰਪਸ਼ਨ ਮੁਕਤ ਕਰਤਾ। ਜਿੱਥੇ ਤੁਸੀਂ ਗੁਜਰਾਤ, ਹਿਮਾਚਲ ਔਰ ਕਰਨਾਟਕਾ ਦੇ ਵਿੱਚ ਪੰਜਾਬ ਦੇ ਪੈਸੇ ਦੇ ਐਡੇ ਭਗਵੰਤ ਮਾਨ ਸਾਹਿਬ ਦੀ ਫੋਟੋ ਲਾ ਕੇ ਪੋਸਟਰ ਲਾਏ ਆ। 5500 ਕਰੋੜ ਰੁਪਇਆ ਤੁਸੀਂ ਪੋਸਟਰਾਂ ਦੇ ਉੱਪਰ ਖਤਮ ਕਰਤਾ। ਪੰਜਾਬ ਨੂੰ 5500 ਕਰੋੜ ਰੁਪਇਆ ਪਿਛਲੇ 1 ਮਹੀਨੇ ਦੇ ਵਿੱਚ ਕਰਜ਼ਾਈ ਕਰਤਾ 5500 ਕਰੋੜ ਰੁਪਏ ਦਾ, ਬਿਨਾਂ ਕਿਸੇ ਕੰਮ ਤੋਂ। ਉਹਦਾ ਜਵਾਬ ਕੌਣ ਦਊਗਾ? 35 ਦਿਨਾਂ 'ਚ ਹੀ ਹੋਇਆ ਉਹ। ਤੁਸੀਂ ਕਹਿੰਦੇ ਹੋ ਨਾ ਸਾਨੂੰ ਟਾਈਮ ਦਿਓ। ਅਗਰ ਤੁਸੀਂ 6 ਮਹੀਨੇ ਟਾਈਮ ਲੈ ਗਏ ਤਾਂ ਪੰਜਾਬ ਦੇ ਉੱਪਰ 6 ਮਹੀਨਿਆਂ ਦੇ ਵਿੱਚ ਤੁਸੀਂ ਘੱਟੋ ਘੱਟ 50,000 ਕਰੋੜ ਰੁਪਇਆ ਕਰਜ਼ਾ ਚੜਾ ਦੇਣਾ, ਅਗਰ ਤੁਸੀਂ ਇਸੇ ਤਰ੍ਹਾਂ ਚੱਲਦੇ ਰਹੇ। ਹੁਣ ਜਿਹੜੀ ਦੂਸਰੀ ਗੱਲ ਹੈ,
ਇਹ 600 ਯੂਨਿਟਾਂ ਵਾਲੀ ਗੱਲ ਕਰਦੇ ਹੋ, ਤੁਹਾਡੇ ਕਿੰਨੇ ਸਟੈਂਡ ਹੈ? ਅਰਵਿੰਦ ਕੇਜਰੀਵਾਲ ਨੇ ਤਾਂ ਪਹਿਲਾਂ ਹੋ ਦਿੱਤਾ, ਭਗਵੰਤ ਮਾਨ ਜੀ ਕਹਿੰਦੇ ਨਹੀਂ ਇਹ ਸਾਰਿਆਂ ਨੂੰ ਮਿਲ ਨਹੀਂ 600 ਤੋਂ ਉੱਪਰ। ਫਿਰ ਤੁਹਾਡੀ ਗੱਲ 600 ਯੂਨਿਟਾਂ ਦੇ ਉੱਪਰ 2 ਕਿਲੋਵਾਟ ਤੇ ਆਈ, ਫਿਰ 1 ਕਿਲੋਵਾਟ ਤੇ ਆਈ, ਹੁਣ ਤੁਸੀਂ ਉਸ ਤੋਂ ਵੀ ਮੁੱਕਰ ਰਹੇ ਹੋ। ਤੁਸੀਂ ਕਿਸੇ ਨੂੰ ਕੱਖ ਨਹੀਂ ਦੇਣਾ, ਗੱਲਾਂ ਨਾਲ ਕੜਾਹ ਕਰਦੇ ਹੋ ਇੱਥੇ ਚੈਨਲਾਂ ਤੇ ਬਹਿ ਕੇ, ਜਿਹੜੀਆਂ ਗੱਲਾਂ ਤੁਸੀਂ ਕਰਕੇ ਜਾਂਦੇ ਹੋ। ਨਾ ਹੀ ਤਾਂ ਤੁਹਾਡੇ ਇਹ ਜਿਹੜੇ ਮੰਤਰੀ CM ਬਣੇ ਆ ਇਹਨਾਂ ਨੂੰ ਪਤਾ ਕੀ ਕਰਨਾ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਸਾਰੇ ਜਿਹੜੇ IAS IPS ਆਫੀਸਰ ਹੈ ਉਹਨਾਂ ਨਾਲ ਡਾਇਰੈਕਟ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਡਾਇਰੈਕਸ਼ਨਾਂ ਦੇ ਰਿਹਾ। ਤੁਹਾਨੂੰ ਸਿਰਫ ਬਿਆਨ ਦੇਣ ਵਾਸਤੇ ਤੇ ਸਿਗਨੇਚਰ ਕਰਨ ਵਾਸਤੇ ਰੱਖਿਆ। ਤੁਸੀਂ ਐਵੇਂ ਚੈਨਲਾਂ ਦੇ ਉੱਪਰ ਬਹਿ ਕੇ ਦਾਅਵਾ ਨਾ ਕਰਕੇ ਜਾਇਆ ਕਰੋ ਬਈ ਅਸੀਂ ਜਿਹੜੀ 67 ਧਾਰਾ ASAਕਾਰੀ ਐਕਟ ਦੀ ਉਹਨੂੰ ਕੈਂਸਲ ਕਰਾਂਗੇ। ਇਹ ਪਹਿਲਾਂ ਸ਼੍ਰੀ ਅਰਵਿੰਦ ਕੇਜਰੀਵਾਲ ਜਿਹੜੇ ਤੁਹਾਡੇ ਕਨਵੀਨਰ ਆ ਉਹਨਾਂ ਤੋਂ ਬਿਆਨ ਦਵਾਓ, ਅਸੀਂ ਫੇਰ ਮੰਨਾਂਗੇ। ਉਹਨਾਂ ਤੋਂ ਬਿਆਨ ਦਵਾਓ ਕਿ ਅਸੀਂ SYL ਨਹੀਂ ਜਾਣ ਦੇਗੇ, ਫੇਰ ਮੰਨਾਂਗੇ। ਮਾਨ ਸਾਹਿਬ ਦਾ ਰਬੜ ਦੇ ਬੁੱਢੇ ਨੇ, ਬਸ ਇੱਕ ਰਬੜ ਦੇ ਕਹੇ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਚੀਮਾ ਸਾਹਿਬ ਦਿੱਲੀ ਤੋਂ ਚੱਲਦੀ ਹੈ ਮਾਰ ਕੋ ਨਹੀਂ ਜਾਣਗੇ, ਕੋਈ ਫਰਕ ਨਹੀਂ ਪੈਂਦਾ। ਪਹਿਲਾਂ ਪੁੱਛ ਲਿਆ ਜੇ ਹਾਈ ਕਮਾਂਡ ਨੂੰ, ਮੈਨੂੰ ਸਾਨੂੰ ਪਤਾ ਸਾਰੀ ਗੱਲ ਦਾ। ਜੀ ਮੇਰੀ ਬੇਨਤੀ ਆ, ਹੱਥ ਬੰਨ ਕੇ ਸਾਰਥਕ ਡਿਸਕਸ਼ਨ ਕਰੀਏ। ਜੀ ਜੀ ਕੁਲਦੀਪ ਸਿੰਘ ਜੀ ਕਿਵੇਂ ਵੇਖਦੇ ਹੋ ਜੀ? ਮੈਂ ਸਿਆਲ ਸਾਹਿਬ ਨੂੰ ਦੋ ਤਿੰਨ ਮੇਰੀਆਂ ਗੱਲਾਂ ਹੈ, ਬੜਾ ਮੈਂ ਲੰਬਾ ਨਹੀਂ ਕਰਨਾ ਚਾਹੁੰਦਾ। ਪਹਿਲੀ ਗੱਲ ਇਹ ਹੈਗੀ ਹੈ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਅਫਸਰਾਂ ਦੇ ਉੱਤੇ ਜਿਹੜਾ ਹੈਗਾ ਉਹ ਸਾਡੇ ਅਫਸਰਾਂ ਨੇ ਐਂ ਕਰਤਾ ਜੀ। ਅਫਸਰਾਂ ਨੇ ਦੇਖੋ, ਅਫਸਰਾਂ ਦੇ ਉੱਤੇ ਗੱਲ ਸਪਸ਼ਟ ਪੈਨਲ ਦੇ ਉੱਤੇ ਆ ਚੁੱਕੀ, ਤੁਹਾਡਾ ਕੋਈ ਕੰਟਰੋਲ ਨਹੀਂ, ਅਫਸਰਾਂ ਦੇ ਕੰਟਰੋਲ ਤਾਂ ਦਿੱਲੀ ਦਾ। ਤਾਂ ਉਹਨਾਂ ਨੂੰ ਪੁੱਛ ਕੇ ਪਹਿਲਾਂ ਇਹ ਗੱਲ ਦੱਸ ਦਿਓ ਵੀ ਭਾਈ ਕੀ ਅਫਸਰਾਂ ਤੇ ਕਾਰਵਾਈ ਹੋਊਗੀ। ਰਹੀ ਗੱਲ 64 ਦੀ ਜਿਹੜੀ ਗੱਲ ਮਾਨ ਸਾਹਿਬ ਕਹਿ ਰਹੇ ਆ, ਉਹ ਇਹ ਕੈਂਸਲ ਨਹੀਂ ਕਰ ਸਕਦੇ ਕਦੇ ਨਹੀਂ, ਕਿਉਂਕਿ ਇਹਨਾਂ ਨੇ ਕੀ ਕੀਤਾ ਹੈਗਾ, ਪਹਿਲਾਂ ਤਾਂ ਇਹਨਾਂ ਨੇ ਕਿਸਾਨਾਂ ਦੇ ਡਾਂਗ ਫੇਰੀ, ਉਦੋਂ ਅਫਸਰਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਕੇਸ ਖੋਲ੍ਹੇ ਇਸ ਕਰਕੇ ਖੋਲ੍ਹੇ ਕਿ ਕੋਈ ਵੀ ਮਾੜਾ ਮੋਟਾ ਜੇ ਮੂੰਹ ਖੋਲੂਗਾ ਤਾਂ ਨਾਲ ਦੀ ਨਾਲ ਚੱਕ ਲਿਆਵਾਂਗੇ, ਇੱਕ ਦਿਨ ਵੀ ਨਹੀਂ ਅਗਲੇ ਨੂੰ ਘਰੇ ਰਹਿਣ ਦੇਣਾ। ਇਹ ਜਿਹੜਾ ਅਸੀਂ ਵਾਪਸ ਲੈਣੇ ਆ ਜੀ ਕਾਰਵਾਈਆਂ, ਅਸੀਂ ਐਂ ਕਰਦੇ ਹਾਂ, ਉਹ ਸਿਰਫ ਸਰਕਾਰੀ ਬਿਆਨ ਹੈ। ਉਹ ਕਾਰਵਾਈਆਂ ਵਾਪਸ ਦੇ ਵਿੱਚ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਦਾ ਕੱਖ ਨਹੀਂ ਹੋਣਾ ਜਿੰਨਾ ਚਿਰ ਉਹਨਾਂ ਨੇ ਜਿਹੜੀ ਚੈੱਕ ਦਿੱਤੇ ਹੈ। ਜੀ ਸੈਲ ਸਾਹਿਬ, ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਅਕਾਲੀ ਦਲ ਸਾਡੇ ਸੀਨੀਅਰ ਜੀ ਧਾਰੀਵਾਲ ਸਾਹਿਬ, ਕੁਲਦੀਪ ਜੀ, ਰੋਹਿਤ ਜੀ ਗੱਲ ਕਰ ਰਹੇ, ਮੈਂ ਦੁਬਾਰਾ ਆਉਣਾ ਜੀ ਤੁਹਾਡੇ ਨਾਲ। ਜੀ ਰੋਹਿਤ ਜੀ, ਅਕਾਲੀ ਦਲ ਦੇ ਸੀਨੀਅਰ ਆਗੂ ਗੱਲ ਕਰ ਰਹੇ ਸੀਗੇ। ਇਹਨਾਂ ਨੇ ਆਪਾਂ ਗੱਲ ਕਰ ਰਹੇ ਆ ਕਿਸਾਨੀ ਮੁੱਦੇ ਦੇ ਉੱਪਰ, ਇਹਨਾਂ ਨੇ ਕਈ ਮੁੱਦੇ ਨਾਲ ਹੋਰ ਗਿਣਾ ਦਿੱਤੇ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਜੇ ਮੈਂ ਤੁਹਾਡੇ ਸਰਕਾਰਾਂ ਨੇ ਕੀ ਕੰਮ ਕੀਤਾ, ਜੇ ਮੈਂ ਉਹ ਮੁੱਦੇ ਗਨਾਣੇ ਸ਼ੁਰੂ ਕਰਤੇ ਤੇ ਇਹ ਸਿਆਲ ਸਾਹਿਬ ਦੇਖੋ, ਇਹ ਤਾਂ ਬੜਾ ਕਲੀਅਰ ਹੈ ਵੀ ਇਹਨਾਂ ਨੇ ਕੰਮ ਚੰਗੇ ਨਹੀਂ ਕੀਤੇ, ਅੱਜ ਤਾਂ ਹੀ ਬਾਹਰ ਨੇ। ਇਹ ਤਾਂ ਬੜਾ ਕਲੀਅਰ ਹੈ। ਅੱਛਾ, ਦੂਜੀ ਮੇਰੀ ਸਰ ਇਹਨਾਂ ਨੂੰ ਚੁੱਪ ਕਰਾਓ। ਦੇਖੋ, ਜਦੋਂ ਇਹ ਬੋਲੇ ਮੈਂ ਨਹੀਂ ਬੋਲਿਆ ਜੀ ਵਿੱਚ। ਜੀ ਠਾਡੂ ਸਾਹਿਬ ਇੱਕ ਮਿੰਟ ਵਰਜਨ ਲੈ ਲਈਏ ਜੀ। ਹਾਂਜੀ, ਦੂਜੀ ਬੇਨਤੀ ਇਹ ਕਰਨਾ ਚਾਹੁੰਦਾ ਕਿ ਬਈ ਤੁਸੀਂ ਖਾਲੀ ਆਰੋਪ ਲਗਾਉਣ ਦੀ ਰਾਜਨੀਤੀ ਨਾ ਕਰੋ। ਆਪਾਂ ਲੋਕਾਂ ਨੂੰ ਕੰਮ ਕਰਕੇ ਦੱਸਣਾ ਹੈ। ਕੇਜਰੀਵਾਲ ਨੇ ਲੋਕਾਂ ਨੂੰ ਇੱਕ ਵਾਰਾ ਨਹੀਂ, ਦੋ ਵਾਰਾ ਨਹੀਂ, 3 ਵਾਰਾ ਕੰਮ ਕਰਕੇ ਦੱਸਿਆ, ਤਾਂ ਉਹ ਬਾਰ-ਬਾਰ ਉੱਥੇ ਦਿੱਲੀ ਦੇ ਵਿੱਚ ਰਿਪੀਟ ਹੋਇਆ। ਠੀਕ ਹੈ ਜੀ, ਉਸੇ ਤਰ੍ਹਾਂ ਹੀ ਆਪਾਂ ਕੰਮ ਕਰਾਂਗੇ ਤੇ ਆਪਾਂ ਦੁਬਾਰਾ ਆਵਾਂਗੇ। ਔਰ ਸਾਨੂੰ ਪਤਾ ਹੈ, ਸਾਡੀ ਨੀਅਤ ਹੈ, ਆਪਾਂ ਕੰਮ ਕਰਨਾ, ਆਪਾਂ ਕਿਸਾਨਾਂ ਦੀ ਵੀ ਸੇਵਾ ਕਰਨੀ ਹੈ ਔਰ ਆਪਾਂ ਦੇਸ਼ ਦੇ ਜਵਾਨਾਂ ਦੀ ਵੀ ਸੇਵਾ ਕਰਨੀ ਹੈ। ਤੁਸੀਂ ਕੱਲ ਦਾ ਬਿਆਨ ਸੁਣ ਲਓ ਸਾਡੇ ਭਗਵੰਤ ਸਿੰਘ ਮਾਨ ਉਹਨਾਂ ਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਈ ਪੰਜਾਬ ਪੁਲਿਸ ਦਾ ਕੋਈ ਵੀ ਜਵਾਨ ਜੇ ਔਨ ਡਿਊਟੀ ਸ਼ਹੀਦ ਹੋ ਜਾਂਦਾ ਤੇ 1 ਕਰੋੜ ਰੁਪਇਆ ਜਿਵੇਂ ਦਿੱਲੀ ਗਵਰਨਮੈਂਟ ਦਿੰਦੀ ਹੈ, ਉਸ ਤਰ੍ਹਾਂ ਹੀ ਪੰਜਾਬ ਸਰਕਾਰ ਉਹਦਾ ਮਾਨ ਸਨਮਾਨ ਕਰੇਗੀ। ਸੋ ਇਹ ਜਿਹੜੀਆਂ ਗੱਲਾਂ ਸਾਡੇ ਕਿਸਾਨੀ ਇਸ਼ੂ ਦੇ ਉੱਪਰ ਹੈ, ਸਾਡੇ ਮੇਰੇ ਹਲਕੇ ਦਾ ਹੀ ਮੰਤਰੀ ਨੇ ਜੀ ਲਾਲ ਚੰਦ ਕਟਾਰੂ ਚੱਕ ਜੀ, ਔਰ ਜਦੋਂ ਦਾ ਇਹ ਸਾਡਾ ਸੀਜ਼ਨ ਸ਼ੁਰੂ ਹੋਇਆ ਕਣਕਾਂ ਦਾ, ਇਹਦੇ ਵਿੱਚ ਦਿਨ ਭਰ ਰਾਤ ਉਹ ਕੰਮ ਕਰ ਰਹੇ ਆ। ਮੇਰੇ ਹਿਸਾਬ ਨਾਲ 24 ਘੰਟਿਆਂ ਦੇ ਵਿੱਚ 20 ਘੰਟੇ ਕਦੀ ਮੰਡੀਆਂ ਦੇ ਦੌਰੇ, ਅਫਸਰਾਂ ਨਾਲ ਮੀਟਿੰਗ। ਸੋ ਸਾਡੀ ਪੂਰੀ ਨੀਅਤ ਹੈ, ਤੁਸੀਂ ਉਸ ਗੱਲੋਂ ਮਾਨਸਾ ਸਾਹਿਬ ਨੂੰ ਮੈਂ ਆਪਣੀ ਪਾਰਟੀ ਵੱਲੋਂ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਅਸੀਂ ਕਿਸਾਨਾਂ ਦੇ ਹੱਕ ਦੀ ਪਾਰਟੀ ਆ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਸਾਡਾ ਇਹ ਜਿਹੜਾ 5 ਸਾਲ ਸਾਡਾ ਜਿਹੜਾ ਇਹ ਪੂਰਾ ਵਤੀਰਾ ਉਹਨਾਂ ਦੇ ਹੱਕ ਦੇ ਵਿੱਚ, ਉਹਨਾਂ ਦੀ ਕਾਮਯਾਬੀ ਵਾਸਤੇ ਸਾਡਾ ਇਹ ਵਤੀਰਾ ਰਹੇਗਾ ਜੀ। ਜੀ ਮਾਨਸਾ ਸਾਹਿਬ, ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡਾ 5 ਸਾਲ ਵਤੀਰਾ ਉਹੀ ਰਹੇਗਾ, ਵੀ ਤੁਹਾਡੇ ਵੱਲ ਅਸੀਂ ਪੋਜ਼ਿਟਿਵ ਰਵਾਂਗੇ, ਕਿਸਾਨੀ ਦੀ ਚੜ੍ਹਦੀ ਕਲਾ ਦੀ ਅਸੀਂ ਹਮੇਸ਼ਾ ਕਰਦੇ ਰਵਾਂਗੇ। ਚੰਗੀ ਗੱਲ ਹੈ।
ਜੀ ਜੇ ਚੰਗੇ ਕੰਮ ਕਰਨਗੇ ਚੰਗੇ ਕਹਾਂਗੇ, ਜੀ ਨਹੀਂ ਇਹ ਪੰਜਾਬ ਦੇ ਲੋਕ ਨੇ ਮਤਲਬ ਜੇ ਕੋਈ ਗਲਤ ਕੰਮ ਕਰਦਾ ਕੋਈ ਮਗਰ ਪੈਂਦੇ, ਤੁਹਾਨੂੰ ਪਤਾ ਹੀ ਹੈਗਾ। ਜੀ ਚੰਗੇ ਕਰਨਗੇ। ਪਰ ਇੱਕ ਮੇਰੀ ਬੇਨਤੀ ਹੈ, ਮੈਨੂੰ ਫੇਰ ਕਹਿਣਾ ਪਊਗਾ, ਕੀ ਗੱਲ ਜਰਨਲ ਨੂੰ ਕਿਉਂ ਨਹੀਂ ਬਿਜਲੀ 600 ਯੂਨਿਟ ਤੱਕ ਉਹ ਕਰੀ ਜਾ ਰਹੀ? ਜੀ ਉਹਨਾਂ ਨੂੰ ਕਰਨੀ ਚਾਹੀਦੀ ਹੈ। ਉਹ ਤਾਂ ਬੇਨਤੀ ਹੈ। ਈਟੀਓ ਉਹ ਤਾਂ ਕੰਸਰਨਡ ਕੈਬਨਿਟ ਮਿਨਿਸਟਰ ਨੇ ਕਹਿਤਾ ਜੀ ਕਿ ਐਸੀ ਵਰਗ ਦੇ 1 ਕਿਲੋਵਾਟ ਤੱਕ ਹੂੰ। ਇਹ ਵਾਲੀ ਫੈਸਿਲਿਟੀ 1 ਕਿਲੋਵਾਟ 200 ਵਾਲਿਆਂ ਨੂੰ ਹੈ, ਪਹਿਲਾਂ ਹੀ ਬਾਕੀ ਮਾਫ਼ ਜਿਹੜਾ ਕੀਤਾ ਵਰਗ ਹੈ ਉਹਨੂੰ ਵੀ 200 ਪਹਿਲਾਂ ਹੀ- ਸੇਮ ਇਸੇ ਤਰੀਕੇ ਨਾਲ ਕੀਤਾ ਜਾਏਗਾ। ਬਿਲਕੁਲ, ਪਹਿਲਾਂ ਸਾਰੇ ਭਾਸ਼ਣ ਵੀਡੀਓ ਕੱਢ ਲੈਣੇ ਆਪਾਂ, ਜੀ। ਸਾਰੇ ਬੋਲੇ ਨੇ ਵੀ 600 ਯੂਨਿਟ ਫ੍ਰੀ ਦੇਵਾਂਗੇ। ਜੀ ਦੇਖੋ ਕੱਲ ਭਾਰਤੀ ਜਨਤਾ ਪਾਰਟੀ ਪਹਿਲੇ ਕਰਕੇ ਮੁੱਕਰੀ, ਕਾਂਗਰਸ ਪਹਿਲੇ ਕਰਕੇ ਮੁੱਕਰੀ, ਕਿਸੇ ਸਮੇਂ ਅਕਾਲੀ ਦਲ ਪਿੱਛੇ ਹਟਿਆ, ਜੀ ਤੇ ਜੇ ਇਸ ਗੱਲ ਤੋਂ ਪਿੱਛੇ ਹਟਣਗੇ, ਦੇਖੋ ਮੈਂ ਨਹੀਂ ਉਦੋਂ ਸਿੰਘ ਤੱਕ ਰਾਜਨੀਤਿਕ ਬੰਦੇ ਬੁੱਝ ਲਓ, ਜੀ ਮੈਂ ਤਾਂ ਕਿਸਾਨ ਆਗੂ ਹਾਂ, ਮੈਂ ਤਾਂ ਪ੍ਰਚਾਰ ਕਰੂੰਗਾ ਨੁਕਤਾਚੀਨੀ। ਆਮ ਲੋਕਾਂ ਨੂੰ ਦੇਖ ਲਓ ਕਿੰਨੀ ਨੁਕਤਾਚੀਨੀ ਹੋ ਰਹੀ ਹੈ ਅੱਜ ਇਹਨਾਂ ਦੀ। ਜੀ ਇਹ ਆਪ ਦੇਖ ਲੈਣ, ਸਾਨੂੰ ਤਾਂ ਕੋਈ ਗੱਲ ਨਹੀਂ, ਅੱਛਾ ਸੰਘਰਸ਼ ਜਿਹੜਾ ਪੈਣਾ ਤਿਆਰੀ ਹੈ। ਅਸੀਂ ਇੱਕ ਗੱਲ ਸੁਣ ਲਓ ਮੇਰੀ ਗੱਲ। ਮਾਨ ਸਾਹਿਬ ਜਿਹੜਾ ਗੁਲਾਬੀ ਸੁੰਡੀ ਦੇ ਨਾਲ ਜਿੰਨੀ ਫਸਲ ਤਬਾਹ ਹੋਈ ਹੈ, ਹੂੰ। ਕੀ ਉਹਦੀ ਸਾਰੀ ਫਸਲ ਕੀ ਉਹਦੀ ਜਿਹੜਾ ਮੁਆਵਜ਼ਾ ਰਕਮ ਹੈ ਪਹੁੰਚ ਚੁੱਕੀ ਹੈ? ਮਾਨਸਾ ਜ਼ਿਲ੍ਹੇ ਦੇ ਵਿੱਚ ਹਜੇ ਘੱਟੋ ਘੱਟ 1000 ਕਿਸਾਨ ਰਹਿੰਦਾ ਹੈ, ਜੀ ਜਿਹਨੂੰ ਪੈਸੇ ਨਹੀਂ ਮਿਲੇ। ਇਹਦੀ ਠੀਕ ਹੈ। ਪੜਤਾਲ ਕਰਨ ਤੇ ਗਾਹਾਂ ਵੱਡੀ ਗੱਲ ਹੈ ਜਿਹੜਾ ਮਜ਼ਦੂਰਾਂ ਨੂੰ ਵੀ ਮਿਲੇ, ਜੀ ਉਹਨੇ ਵੰਡਣ ਦੇ ਤਰੀਕੇ ਨਾਲ ਵੰਡਣੇ ਨੇਗੇ। ਜੀ। ਹਾਂ, ਮੇਰੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਆਮ ਪਾਰਟੀ ਨੂੰ, ਕੋਈ ਨੇੜੇ ਨੇਤਾ ਸਾਹਿਬ ਬੋਲਦੇ ਨੇ ਇਹਨਾਂ ਦੇ ਸੁਣ ਕੇ ਮੇਰੀ ਗੱਲ, ਅਸੀਂ ਨਾ 600 ਏਜੰਟ ਫੁਰੀ ਫੂਕਾਂਗੇ, ਉਤਰੇ ਦੇ ਪੈਸੇ ਦੇਵਾਂਗੇ, ਪਹਿਲਾਂ ਲੜਦੇ ਰਹੇ ਹੁਣ ਲੜਾਂਗੇ। ਠੀਕ ਹੈ ਠੀਕ ਹੈ। ਅਸੀਂ ਮਾਨਸਾ ਸਾਹਿਬ ਇੱਕ ਬੜਾ ਜਨਰਲ ਡਿਸਕਸ਼ਨ ਪੁਆਇੰਟ ਹੈ। ਹੂੰ ਹਜੇ ਤੱਕ ਜਿੰਨੀ ਵੀ ਕਿਸਾਨੀ ਖੇਤੀ ਹੈ ਰਵਾਇਤੀ ਖੇਤੀ ਚੱਲ ਰਹੀ ਹੈ। ਹੂੰ ਰਵਾਇਤੀ ਖੇਤੀਆਂ ਦੇ ਵਿੱਚ ਕਿਸਾਨ ਉਹੀ ਫਸਲ ਦੁਬਾਰਾ ਲਾ ਰਿਹਾ, ਦੁਬਾਰਾ ਮੰਡੀਆਂ ਜਾਂਦਾ, ਰੂਟੀਨ ਪ੍ਰੋਸੈਸ ਚੱਲ ਰਿਹਾ। ਆਰਥਿਕ ਤੰਗੀ ਚੱਲੀ ਜਾ ਰਿਹਾ, ਦਿਨ ਬ ਦਿਨ ਮਹਿੰਗਾਈ ਵਧੀ ਜਾਂਦੀ ਪਈ ਹੈ। ਹੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ, ਕਈ ਤਰ੍ਹਾਂ ਦੀਆਂ ਦਵਾਈਆਂ ਵਰਤਣ ਦੇ ਨਾਲ ਵੀ ਪੰਜਾਬ ਦੇ ਵਿੱਚ ਆ ਚੁੱਕੀਆਂ ਨੇ, ਪਰ ਫਸਲ ਨੂੰ ਬਚਾਉਣ ਦੇ ਲਈ ਉਹ ਦਵਾਈਆਂ ਵੀ ਜ਼ਰੂਰੀ ਨੇ। ਕੀ ਇਹਦਾ ਕੋਈ ਹੋਰ ਹੱਲ ਹੈਗਾ ਵੀ ਜਿਹਦੇ ਨਾਲ ਆਰਗੈਨਿਕ ਚੀਜ਼ ਤਿਆਰ ਹੋਵੇ, ਸਮੇਂ ਤੇ ਤਿਆਰ ਹੋਵੇ, ਕਿਸਾਨ ਆਰਥਿਕ ਤੰਗੀ ਤੋਂ ਬਾਹਰ ਆਵੇ? ਕਿਉਂਕਿ ਸਰਕਾਰਾਂ ਨੇ ਜੋ ਕੀਤਾ ਹੈ ਉਹ ਤੁਹਾਡੇ ਸਾਹਮਣੇ ਕੁਛ ਹੈ। ਕਦ ਤੱਕ ਕਿਸਾਨੀ ਆਰਥਿਕ ਮੰਦੀ ਦੀ ਮਾਰ ਚੱਲਦਾ ਰਹੇਗਾ? ਕਦ ਤੱਕ? ਸੁਣੋ, ਪਹਿਲਾਂ ਤਾਂ ਮੈਂ ਹਾਈਬ੍ਰਿਡ ਜਿਹੜਾ ਬੀ ਹੈ ਇਹ ਘਾਤਕ ਜਿਹੜਾ ਪ੍ਰਾਈਵੇਟ ਕੰਪਨੀਆਂ ਤਿਆਰ ਕਰਦੀਆਂ, ਜੀ ਪਰ ਜੇ ਉਹਦੇ ਬਿਨਾਂ ਸਰਦਾ ਵੀ ਨਹੀਂ, ਫਸਲ ਪੂਰੀ ਨਿਕਲਦੀ ਹੈ, ਸਬਜ਼ੀ ਦਾ ਵੀ ਹੈ ਚਾਹੇ ਕਾਸੇ ਦਾ। ਜੀ। ਪਰ ਮੈਂ ਭਗਵੰਤ ਸਰਕਾਰ ਨੂੰ ਇਹੀ ਰਾਏ ਦੇਣੀ ਚਾਹੁੰਦਾ, ਆਪਦੀ ਯੂਨੀਵਰਸਿਟੀ ਦੇ ਵਿੱਚ ਇੱਕ ਅੱਧੀ ਯੂਨੀਵਰਸਿਟੀ ਪੰਜਾਬ ਵਿੱਚ ਹੋਰ ਖੋਲਣ ਵੱਡੀ, ਜੀ ਹਾਈਬ੍ਰਿਡ ਸਰਕਾਰ ਵੀ ਤਿਆਰ ਕਰਾਵੇ, ਕਿਸਾਨਾਂ ਨੂੰ ਸਸਤਾ ਦੇਵੇ। ਠੀਕ ਹੁਣ ਹੈ। ਤੁਸੀਂ ਮੰਨੋਗੇ ਕਿ ਮੱਕੀ ਦਾ ਕਿੱਲੇ ਦੇ ਵਿੱਚ 2000 ਦਾ ਬੀਜ ਪੈਂਦਾ ਜੀ ਇੱਕ ਕਿੱਲੇ, ਉਹਦਾ ਸਾਰਾ ਰੇਹ ਰੱਪਾ ਲਾ ਕੇ ਕਿੱਲਾ ਮੇਰਾ ਕਹਿੰਦਾ 5-6 ਹਜ਼ਾਰ ਚ ਮਤਲਬ ਬੀਜਿਆ ਜਾਂਦਾ ਕਿੱਲਾ। ਜੀ ਹਾਂ, ਇਹਨਾਂ ਨੂੰ ਮੈਂ ਬੇਨਤੀ ਕਰਦਾ ਯੂਨੀਵਰਸਿਟੀ ਦੇ ਵਿੱਚ ਹਾਈਬ੍ਰਿਡ ਵੀ ਤਿਆਰ ਕਰਾਉਣ, ਚਾਹੇ ਕਾਸੇ ਦਾ ਕਰਾਉਣ, ਨਰਮੇ ਦਾ ਕਰਾਉਣ। ਕਿਉਂ ਕੰਪਨੀਆਂ ਦਾ ਮਾੜਾ ਬੀਜ ਵੇਚ ਜਾਂਦੀਆਂ? ਜੇ ਯੂਨੀਵਰਸਿਟੀ ਆਪਦਾ ਬੀਜ ਤਿਆਰ ਕਰਨਗੀਆਂ, ਨਾਲੇ ਸਾਡੇ ਨੌਜਵਾਨ ਤੇ ਕੰਮ ਕਰਨਗੇ, ਜੀ। ਤੇ ਨਾਲੇ ਸਰਕਾਰ ਦੀ ਜ਼ਿੰਮੇਵਾਰੀ। ਪਹਿਲਾਂ ਕਿਹੜਾ ਯੂਨੀਵਰਸਿਟੀਆਂ ਨੂੰ ਬੀਜ ਦਿੰਦੀਆਂ ਨਹੀਂ ਰਹੀਆਂ, ਦਿੰਦੀਆਂ ਰਹੀਆਂ। ਜੀ ਹਾਂ ਜੀ 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 ਪ੍ਰਦੀਪ ਜੀ, ਸਮਾਂ ਥੋੜਾ ਸਾਰਿਆਂ ਤੋਂ ਇੱਕ ਲਾਸਟ ਰਿਐਕਸ਼ਨ ਲਵਾਂਗਾ ਇਨ ਸ਼ਾਰਟ ਦੇ ਵਿੱਚ, ਆਪਣਾ ਲਾਸਟ ਰਿਐਕਸ਼ਨ। ਜੀ ਪ੍ਰਦੀਪ ਜੀ। ਦੇਖੋ ਜੀ, ਇਹ ਆਮ ਆਦਮੀ ਪਾਰਟੀ ਹੈ ਜਿਹੜੀ, ਇਹ ਦਿੱਲੀ ਤੋਂ ਉੱਠੀ ਹੋਈ ਪਾਰਟੀ ਹੈ। ਦਿੱਲੀ ਦੇ ਵਿੱਚ ਨਾ ਤਾਂ ਕੋਈ ਕਿਸਾਨੀ ਹੈ, ਨਾ ਕੋਈ ਐਗਰੀਕਲਚਰ ਲੈਂਡ ਹੈ। ਇਹਨਾਂ ਨੂੰ ਕਿਸਾਨਾਂ ਦਾ ਕੋਈ ਦੁੱਖ ਦਰਦ ਨਹੀਂ ਹੈ। ਇਹ ਕਿਸਾਨਾਂ ਦੀ ਸਿਰਫ ਗੱਲਾਂ ਕਰਦੇ ਨੇ, ਗੱਲਾਂ ਦਾ ਕੜਾਹ ਬਣਾਉਂਦੇ ਨੇ। ਮਰੇ ਮੁੱਕਰਿਆਂ ਦਾ ਕੀ ਹੈ? ਜਿਵੇਂ ਮੇਰੇ ਸਾਰੇ ਹੀ ਆਪਣੇ ਜਿਹੜੇ ਪ੍ਰਵਕਤਾ ਭਾਈ ਬੈਠੇ ਨੇ, ਉਹਨਾਂ ਸਭ ਨੇ ਕਿਹਾ, ਚਾਹੇ ਕੁਲਦੀਪ ਜੀ, ਮਠਾੜੂ ਜੀ, ਮਾਨਸਾ ਸਾਹਿਬ ਜੀ ਨੇ ਖੁਦ ਕਿਹਾ, ਇਹਨਾਂ ਨੇ ਪਹਿਲਾਂ ਸਭ ਤੋਂ ਪਹਿਲੀ ਗਰੰਟੀ ਜਿਹੜੀ ਪੰਜਾਬੀਆਂ ਨੂੰ ਬਿਜਲੀ ਦਿੱਤੀ ਸੀ ਉਹਦੇ ਤੇ ਮੁੱਕਰ ਗਏ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਸਟਾਰਟ ਇਹ ਲਾ ਕੇ ਕਿਸਾਨਾਂ ਦੇ ਲਾਗੂ ਕਰਤੀ। ਕਿਸਾਨਾਂ ਨੂੰ ਇਹਨਾਂ ਨੇ ਤੁਹਾਡੇ ਸਾਹਮਣੇ ਉਹਨਾਂ ਦੇ ਵਾਰੰਟ ਜਾਰੀ ਕਰਤੇ, ਕਿਸਾਨ ਨੂੰ ਅਰੈਸਟ ਵੀ ਕੀਤਾ ਗਿਆ ਹੈ। ਇਹ ਆਪਣੀ ਗੱਲਾਂ ਤੋਂ ਮੁੱਕਰਦੇ ਜਾ ਰਹੇ ਨੇ, ਭਾਵੇਂ ਇਹਨਾਂ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਨੇ ਡੇ ਬਾਈ ਡੇ, ਹਲੇ ਤਾਂ ਅਨਾਉਂਸਮੈਂਟਸ ਹੀ ਹੋਈਆਂ ਨੇ, ਇੰਪਲੀਮੈਂਟੇਸ਼ਨ ਵੀ ਕੋਈ ਨਹੀਂ ਹੋਈ। ਠੀਕ ਹੈ ਨਾ, ਨੋਟੀਫਿਕੇਸ਼ਨ ਆਈਆਂ ਨੇ, ਐਲਾਨ ਹੀ ਕੀਤੇ ਨੇ ਇਹਨਾਂ ਨੇ, ਐਲਾਨ ਕੀਤੇ ਨੇ। ਭਾਵੇਂ ਉਹ ਤੁਸੀਂ ਤੇ ਆਪਣਾ ਕਹਿੰਦੇ ਸੀ 1000 ਰੁਪਇਆ ਦੇਵਾਂਗੇ, ਉਹ ਵੀ 1000 ਦੀ ਗੱਲ ਜਿਹੜੀ ਸੀ ਪਿੱਛੇ ਹੈ। ਠੀਕ ਹੈ ਜੀ। ਉਹ 1200 ਲੈ ਕੇ 1400 ਕਰੋੜ ਰੁਪਇਆ ਉਹ ਵੀ ਸਰਕਾਰ ਦੇ ਬਟਨ ਪਾਉਣਾ, ਜਿਹੜਾ ਉਹ ਪੈਸਾ ਦੇਣਾ ਆ ਉਹ ਵੀ ਸਰਕਾਰੀ ਖਜ਼ਾਨੇ 'ਚ ਹੀ ਜਾਣਾ ਆ। ਐਡ ਤੇ ਪੈਸੇ ਲਾਏ ਜਾ ਰਹੇ ਨੇ। ਭਾਵੇਂ ਸਹੁੰ ਚੁੱਕ ਸਮਾਗਮ ਸੀ ਉੱਥੇ ਭਗਤ ਸਿੰਘ ਜੀ ਦੇ ਉੱਥੇ 2.5 ਕਰੋੜ ਰੁਪਇਆ ਵੇਸਟ ਸਰਕਾਰ ਦਾ ਪਹਿਲਾਂ ਕੀਤਾ ਹੁੰਦੀ। ਠੀਕ ਹੈ ਜੀ। ਇਹ ਸਰਕਾਰ ਦੇ ਖਜ਼ਾਨੇ ਨਾਲ ਖੇਡ ਰਹੇ ਨੇ। ਇਹਨਾਂ ਦਾ ਸਰਾਸਰ ਸਾਰੀ ਇਹ ਜਿਹੜੇ ਆਪਣੇ ਮਾਨ ਸਾਹਿਬ ਨੇ ਤਾਂ ਇੱਕ, ਠੀਕ ਹੈ ਜੀ, ਰਬੜ ਦੇ ਗੁੱਡੇ ਰਹਿ ਗਏ, ਕਠਪੁਤਲੀ ਨੇ। ਸਾਰੀ ਜਿਹੜੀ ਬਾਗਡੋਰ ਆ ਉਹ ਦਿੱਲੀ ਕੇਜਰੀਵਾਲ ਜੀ ਸੰਭਾਲ ਰਹੇ ਨੇ। ਉੱਥੇ ਅਫਸਰਾਂ ਨੂੰ, IAS ਅਫਸਰਾਂ ਨੂੰ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕਿਸੇ ਸਰਕਾਰ ਨੇ ਸੁਣਿਆ ਹੋਇਆ ਕਿਸੇ ਉੱਥੇ ਦਿੱਲੀ ਕਿਸੇ ਨੂੰ ਬੁਲਾ ਕੇ ਅਫਸਰਾਂ ਨੂੰ
ਕਿ ਠੀਕ ਹੈ ਕੇਜਰੀਵਾਲ ਸਾਹਿਬ ਕਿਸੇ ਆਪਣੇ ਐਮਐਲਏ ਮਿਨਿਸਟਰ ਨੂੰ ਬੁਲਾ ਕੇ ਹਦਾਇਤ ਦੇਣ, ਅਫਸਰਾਂ ਨੂੰ ਬੁਲਾ ਕੇ ਹਦਾਇਤ ਦਿੱਤੀ ਜਾ ਰਹੀ ਹੈ ਵੀ ਤੁਸੀਂ ਆਹ ਕਰੋ। ਉਹੀ ਇੱਕ ਗੱਲ ਹੋਰ ਪੀਐਸਪੀਐਲ ਦੇ ਨਾਲ ਇਹਨਾਂ ਨੇ ਇਹ ਵੀ ਗੱਲ ਤੱਕ ਆ ਚੁੱਕੀ ਹੈ, ਇਹਨੇ ਉਹਨਾਂ ਨਾਲ ਗੱਲ ਕੀਤੀ ਪਰ ਉਹਨਾਂ ਨੇ ਪੀਐਸਪੀਐਲ ਦਾ ਮੈਂ ਸ਼ੁਕਰਗੁਜ਼ਾਰ ਹਾਂ ਮਹਿਕਮੇ ਦਾ, ਉਹਨਾਂ ਨੇ ਜਵਾਬ ਦਿੱਤਾ ਕਿ ਪਹਿਲਾਂ 10 ਕਿੱਲੇ ਵਾਲੇ ਜ਼ਿਮੀਂਦਾਰ ਦੇ ਇਹ ਬਿੱਲ ਲਾਗੂ ਕਰਨ ਜਾ ਰਹੇ, ਪ੍ਰੀਪੇਡ ਮੀਟਰ ਲਾਉਣ ਜਾ ਰਹੇ, ਇਹ ਗੱਲਾਂ ਅੱਗੇ ਆਉਣੀਆਂ ਨੇ। ਸੋ ਇਹਨਾਂ ਨੂੰ ਇਹੀ ਬੇਨਤੀ ਹੈ ਕਿ ਸਾਡਾ ਜਿਹੜਾ ਕਿਸਾਨ ਹੈ ਹਵਾ ਖਤਮ ਕਰ ਰਿਹਾ ਕਿਸਾਨ ਹੈ ਜਿਹੜਾ ਸਾਡਾ, ਕਿਸਾਨ ਦੇਸ਼ ਦਾ ਅੰਨਦਾਤਾ ਹੈ, ਕਿਸਾਨ ਇੱਕ ਧੁਰਾ ਆ, ਕਿਸਾਨ ਦਾ ਜਿਹੜਾ ਆ ਧੁਰੇ ਦੇ ਦੁਆਲੇ ਸਾਰੀ ਖੇਤੀ ਚੱਲਦੀ ਹੈ, ਜਿਸ ਤੋਂ ਪੰਜਾਬ ਕੋਲੇ ਸੋਰਸ ਆਫ ਖੇਤੀਬਾੜੀ ਹੈ, ਉਹਦੇ ਸਿਰ ਤੇ ਪੰਜਾਬ ਜਿਹੜੀ ਸਾਡੀ ਸਟੇਟ ਚੱਲਦੀ ਹੈ। ਸੋ ਕਿਸਾਨਾਂ ਨਾਲ ਇਹ ਜਿਹਾ ਧੱਕਾ ਨਾ ਤਾਂ ਕਾਂਗਰਸ ਪਾਰਟੀ ਬਰਦਾਸ਼ਤ ਕਰੇਗੀ, ਨਾ ਹੀ ਹੋਰ ਪਾਰਟੀਆਂ ਕਰਨਗੀਆਂ, ਠੀਕ ਹੈ ਜੀ, ਨਾ ਹੀ ਜਿਹੜੇ ਸਾਡੇ ਕਿਸਾਨ ਭਰਾ ਨੇ, ਕਿਸਾਨ ਆਗੂ ਨੇ ਉਹ ਬਰਦਾਸ਼ਤ ਕਰਨਗੇ। ਤਾਂ ਤੁਸੀਂ ਥੋੜਾ ਠਰਮੇ ਨਾਲ ਚੱਲੋ, ਥੋੜਾ ਆਪਣੇ ਅਫਸਰਾਂ ਨੂੰ ਵੀ ਬੇਨਤੀ ਕਰੋ ਕਿ ਇਹੋ ਜਿਹੇ ਸਟੈਪ ਨਾ ਲੈਣ ਜਿਹਦੇ ਨਾਲ ਤੁਹਾਨੂੰ ਵੀ ਆ ਕੇ ਬਾਅਦ ਚ ਟੀਵੀ ਤੇ ਐਸੇ ਬਿਆਨ ਦੇਣੇ ਪੈਣ ਕਿ ਸਾਡੇ ਅਫਸਰਾਂ ਕੋਲ ਹੋ ਗਿਆ। ਕਿਸਾਨ ਨੂੰ ਕੰਟਰੋਲ ਕਰਨਾ ਚਾਹੀਦਾ। ਜੀ ਮਠਾੜੂ ਸਾਹਿਬ, ਸਾਡੇ ਭਰਾ ਚਲੋ ਇਹਨਾਂ ਦੀ ਮੈਂ ਰਿਸਪੈਕਟ ਕਰਦਾ, ਪਰ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਅਸੀਂ ਬਾਰ-ਬਾਰ ਇੱਕ ਗੱਲ ਕਹਿੰਦੇ ਹੁੰਦੇ ਆ ਬਈ ਭਾਈ ਤੁਸੀਂ ਦਿੱਲੀ ਮਾਡਲ ਦੀ ਦਵਾਈ ਨਾ ਦਿਆ ਕਰੋ। ਦਿੱਲੀ ਇੱਕ ਇੰਡਸਟਰੀਅਲ ਏਰੀਆ ਔਰ ਪੰਜਾਬ ਹੈ ਜਿਹੜਾ ਉਹ ਐਗਰੇਰੀਅਨ ਸਟੇਟ ਆਪਣੀ, ਇੱਥੇ ਕਿਸਾਨਾਂ ਦੇ ਜਿਹੜੇ ਮੁੱਦੇ ਹੈਗੇ ਆ ਬੜੇ ਵੱਡੇ ਮੁੱਦੇ ਆ, ਬੜਾ ਐਗਰੇਰੀਅਨ ਬੜਾ ਏਰੀਆ ਆਪਣੇ, ਤੁਸੀਂ ਦਿੱਲੀ ਦੀ ਦਵਾਈ ਨਾ ਦਿਓ। ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ, ਇੱਥੇ ਪੰਜਾਬ ਦਾ ਤੇ ਦਿੱਲੀ ਦਾ ਬਹੁਤ ਫਰਕ ਆ। ਦਿੱਲੀ ਦੇ ਵਿੱਚ ਕੀਤਾ ਕਿ ਨਹੀਂ ਕੀਤਾ ਸਾਨੂੰ ਨਹੀਂ ਇਸ ਗੱਲ ਦਾ, ਤੁਸੀਂ ਉੱਥੇ ਕਹਿ ਰਹੇ ਹੋ ਵੀ 3 ਵਾਰੀ ਮੁੱਖ ਮੰਤਰੀ ਬਣਾਤਾ, ਉੱਥੇ ਟੀਵੀ ਤੇ ਬੈਠ ਕੇ ਐਡ ਦੇ ਦਿੰਦੇ ਹੋ, ਉੱਥੇ ਦੇ ਲੋਕਾਂ ਕੋਲੇ ਟਾਈਮ ਨਹੀਂ ਹੈ ਕਿਉਂਕਿ ਉਹ ਸਵੇਰੇ ਸ਼ਾਮ ਨੂੰ ਘਰੇ ਆਉਂਦੇ ਆ, ਵਿਚਾਰੇ ਸਫ਼ਰ ਦੇ ਵਿੱਚ ਮਾਰੇ ਹੁੰਦੇ ਆ, ਥੱਕੇ ਹਾਰੇ ਆ ਕੇ ਰੋਟੀ ਖਾ ਕੇ ਪੈ ਜਾਂਦੇ ਆ, ਉਹਨਾਂ ਨੂੰ ਇੰਨਾ ਨਹੀਂ ਜ਼ਿਆਦਾ ਹੈਗਾ। ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਚੱਲੇਗਾ। ਇੱਥੇ ਤਾਂ ਜੇ ਤੁਸੀਂ ਚਿੱਪ ਵਾਲਾ ਮੀਟਰ ਵੀ ਇੱਕ ਵਾਰ ਲਾਉਣ ਜਾਓਗੇ ਨਾ ਤਾਂ 10 ਬੰਦੇ ਉੱਥੇ ਮੋਬਾਈਲ ਲੈ ਕੇ ਲਾਈਵ ਹੋਣਗੇ ਵੀ ਭਾਈ ਇਹ ਚਿੱਪ ਵਾਲਾ ਮੀਟਰ ਲਾਈ ਜਾਂਦੇ ਆ। ਇੱਥੇ ਨਾ ਤਾਂ ਝੂਠ ਚੱਲਣਾ, ਕੇਜਰੀਵਾਲ ਦੀ ਕੋਈ ਠੱਗੀ ਠੋਰੀ ਚੱਲਣੀ ਆ, ਇੱਥੇ ਦੇ ਲੋਕਾਂ ਨੇ ਤੁਹਾਨੂੰ ਲੰਬੇ ਪਾ ਲੈਣਾ ਸੜਕਾਂ ਦੇ ਉੱਪਰ। ਮੈਂ ਤੁਹਾਨੂੰ ਦੱਸਾਂ ਪੰਜਾਬ ਹੈ ਇਮੋਸ਼ਨਲ ਸਟੇਟ ਹੈ। ਹੁਣ ਗੱਲ ਆ ਗਈ ਕਿਸਾਨ ਦੀ। ਕਿਸਾਨ ਵਾਸਤੇ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਬੇਨਤੀ ਕਰਦਾ ਐਜ਼ ਏ ਸ਼੍ਰੋਮਣੀ ਅਕਾਲੀ ਦਲ ਦਾ ਸਪੋਕਸਪਰਸਨ ਕਿ ਤੁਸੀਂ ਇਸ ਵਾਰ ਕਣਕ ਦਾ ਜਿਹੜਾ ਝਾੜ ਹੈਗਾ ਬਹੁਤ ਘਟ ਗਿਆ, ਜ਼ਿਆਦਾ ਗਰਮੀ ਸਮੇਂ ਤੋਂ ਪਹਿਲਾਂ ਪੈਣ ਕਰਕੇ 10,000 ਰੁਪਇਆ ਘੱਟੋ ਘੱਟ 10,000 ਰੁਪਇਆ ਇੱਕ ਏਕੜ ਮਗਰ ਕਿਸਾਨ ਨੂੰ ਘਾਟਾ ਪਿਆ। ਤੁਸੀਂ ਇਸ ਦੀ ਉਹ ਕਰਵਾਈ ਹੈ ਕੋਈ ਗਿਰਦਾਵਰੀ ਕਰਾ ਕੇ ਪਿੰਡਾਂ ਦੇ ਵਿੱਚ ਕਿ ਕਿੰਨਾ ਕਿਸੇ ਕਿਸਾਨ ਦਾ ਨੁਕਸਾਨ ਹੋ ਗਿਆ, ਉਹਦੀ ਗਿਰਦਾਵਰੀ ਕਰਾ ਕੇ ਉਹਦਾ ਮੁਆਵਜ਼ਾ ਦੇ ਦਿਓ। ਚਲੋ ਜਿਹੜੀ ਸੁੰਡੀ ਵਾਲਾ ਤਾਂ ਨਹੀਂ ਦੇ ਸਕੇ ਇਹਦਾ ਕਰ ਦਿਓ, ਇੰਨੀ ਕੁ ਕਿਸਾਨ ਦੇ ਉੱਪਰ ਮਿਹਰਬਾਨੀ ਕਰ ਦਿਓ, ਵਿਚਾਰਾ ਕਿਸਾਨ ਵੀ ਖੁਸ਼ ਹੋ ਜੂ। ਸੋ ਇੰਨਾ ਕੁ ਤੁਸੀਂ ਮੇਰੇ ਕਹੇ ਲੈ ਤੁਸੀਂ ਪਹੁੰਚਾ ਦਿਓ ਗੱਲ ਆਪਣੇ ਅਰਵਿੰਦ ਕੇਜਰੀਵਾਲ ਤੱਕ, ਸਰਦਾਰ ਭਗਵੰਤ ਸਿੰਘ ਮਾਨ ਤੱਕ, ਮੇਰੀ ਤੁਹਾਡੇ ਚੈਨਲ ਦੇ ਰਾਹੀਂ। ਜੀ ਕੁਲਦੀਪ ਜੀ, ਇਹਦਾ ਮਠਾੜੂ ਸਾਹਿਬ ਦਿੱਲੀ 'ਚ ਇੱਕ ਬੋਤਲ ਫ੍ਰੀ ਦੇ ਰਹੇ ਨੇ, ਇਹਨਾਂ ਨੂੰ ਕੀ ਪਰਵਾਹ ਆ? ਜੀ 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 ਕੁਲਦੀਪ ਸਿੰਘ ਜੀ। ਜੀ ਦੇਖੋ ਮੈਂ ਅੰਤ ਦੇ ਵਿੱਚ ਇਹਨੂੰ ਕੋਈ ਵਿਵਾਦਿਤ ਉਹਦੇ ਪਾਸੇ ਨਹੀਂ, ਮੈਂ ਇੱਕ ਗੱਲ ਮੈਂ ਵੀ ਸਲਾਹ ਜ਼ਰੂਰ ਦੇਣੀ ਚਾਹੁੰਦਾ ਰੋਹਿਤ ਜੀ ਨੂੰ, ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਮੁਆਵਜ਼ੇ ਦੀ ਗੱਲ ਕੀਤੀ ਹੈ ਨਾ ਮਠਾੜੂ ਸਾਹਿਬ ਨੇ, ਸਾਡੇ ਪੰਜਾਬ ਦੇ ਵਿੱਚ 25% ਤੋਂ ਵੱਧ ਵਾਲੇ ਨੂੰ, ਕੋਈ ਘੱਟ ਵਾਲੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ। ਇਹ ਨੀਤੀ ਆ ਉਹ ਜਿਹੜਾ ਲੰਬੀ ਦੇ ਵਿੱਚ ਵੀ ਡਾਂਗਾ ਪਈਆਂ ਨੇ ਕਿਸਾਨਾਂ ਦੇ, ਉਹ ਇਸੇ ਗੱਲ ਕਰਕੇ ਪਈਆਂ। ਉਹ ਮੇਰੀ ਬੇਨਤੀ ਜਿਹੜੀ ਹੈਗੀ ਆ ਉਹ ਇਹ ਹੈਗੀ ਆ ਕਿ ਉਸ ਨੀਤੀ ਨੂੰ ਭਾਵੇਂ 5% ਤੱਕ ਲੈ ਕੇ ਆਓ, ਵੀ 5% ਤੋਂ ਉੱਪਰ ਵੀ ਜਿਹੜਾ ਹੈਗਾ ਮੁਆਵਜ਼ਾ ਮਿਲੂਗਾ, ਤਾਂ ਜਾ ਕੇ ਜਿਹੜਾ ਮੁਆਵਜ਼ੇ ਹੈ ਉਹ ਕਿਸਾਨਾਂ ਨੂੰ ਦੇ ਸਕਾਂਗੇ। ਕਿਉਂਕਿ ਕਣਕ ਦਾ ਮੁਆਵਜ਼ਾ 20% ਤੋਂ ਥੱਲੇ ਦਾ ਨੁਕਸਾਨ ਹੈ ਤੇ ਕਿਸੇ ਮੁਆਵਜ਼ਾ ਨੀਤੀ 'ਚ ਨਹੀਂ ਆਉਣਾ, ਸਿਰਫ ਬੋਨਸ ਦਿੱਤਾ ਜਾ ਸਕਦਾ ਹੈ। ਔਰ ਮੇਰੇ ਖਿਆਲ 'ਚ ਬੋਨਸ ਜਿਹੜਾ ਹੈਗਾ ਉਹ ਨਾ ਕਾਫੀ ਹੋਊਗਾ, ਇਹਦੀ ਗਿਰਦਾਵਰੀ ਹੋਣੀ ਚਾਹੀਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਸੋਧ ਹੋਣੀ ਚਾਹੀਦੀ ਹੈ। ਇਹੀ ਮੇਰਾ ਜਿਹੜਾ ਹੈਗਾ ਤੁਹਾਨੂੰ ਗੱਲ ਹੈ ਜੀ ਰੋਹਿਤ ਜੀ। ਜੀ ਮੈਂ ਲਾਸਟ ਮੈਸੇਜ ਕੋਈ ਇਸ ਚੈਨਲ ਰਾਹੀਂ ਤੁਸੀਂ ਸਾਰਿਆਂ ਨੂੰ ਦੱਸਣਾ ਚਾਹੋ ਇਨ ਸ਼ਾਰਟ? ਜੀ ਪ੍ਰਦੀਪ ਜੀ ਨੇ ਗੱਲ ਕਹੀ ਕਿ ਸਾਰੇ ਵਾਅਦੇ ਝੂਠੇ, ਝੂਠ ਬੋਲੀ ਜਾਂਦੇ ਆ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਪੂਰਾ ਪੰਜਾਬ ਜਾਣਦਾ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੇ ਹੱਥ 'ਚ ਫੜ ਕੇ ਜਿਹੜੀ ਸਹੁੰ ਖਾਧੀ ਔਰ ਉਹਦਾ ਅੰਜਾਮ ਵੀ ਪੰਜਾਬੀਆਂ ਨੇ ਦੱਸਿਆ। ਤੁਹਾਡੀ ਤਾਂ 5,63,000 ਕਿਸਾਨਾਂ ਦਾ 400 ਕਰੋੜ। ਜੀ 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 ਲਾਸਟ ਰਿਐਕਸ਼ਨ ਲੈ ਲਈਏ ਪ੍ਰਦੀਪ ਜੀ, ਲਾਸਟ ਰਿਐਕਸ਼ਨ ਜੀ। ਜੀ ਪ੍ਰਦੀਪ ਜੀ, ਰੋਹਿਤ ਜੀ। ਮਠਾਰੂ ਸਾਹਿਬ ਵੀ ਸਾਨੂੰ ਸੁਜੈਸ਼ਨਸ ਦੇ ਰਹੇ ਆ, ਕੋਈ ਗੱਲ ਨਹੀਂ, ਅਸੀਂ ਉਹਨੂੰ ਤੁਹਾਡੀਆਂ ਸੁਜੈਸ਼ਨਸ ਸੁਣ ਲਈਆਂ ਜਿਹੜੀਆਂ। ਪਰ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ, ਸਾਰੇ ਰਿਸਪੈਕਟਡ ਸਪੋਕਸਪਰਸਨਸ ਨੂੰ ਇਹ ਗੱਲ ਕਹਿਣਾ ਚਾਹੁੰਦਾ ਇਸ ਚੈਨਲ ਤੇ ਕਿ ਬਈ ਆਪਾਂ ਜਿਹੜੀ ਗਾਰੰਟੀਆਂ ਪੰਜਾਬੀਆਂ ਨੂੰ ਦਸੀਆਂ ਸੀ, ਕਹੀਆਂ ਸੀ, ਜਿਹਦੇ ਤੇ ਸਾਨੂੰ ਮੈਂਡੇਟ ਮਿਲਿਆ, ਆਸ਼ੀਰਵਾਦ ਮਿਲਿਆ ਕਿਸਾਨਾਂ ਦਾ ਵੀ, ਜਵਾਨਾਂ ਦਾ ਵੀ, ਸਮੁੱਚੇ ਪੰਜਾਬੀਆਂ ਦਾ, ਆਪਾਂ ਉਹ ਸਾਰੀਆਂ ਪੂਰੀਆਂ ਕਰਨੀਆਂ।
ਔਰ ਉਹ 1 ਬਾਈ 1 ਆਪਾਂ ਪੂਰੀ ਕਰਕੇ ਦੱਸਾਂਗੇ। ਜਿਸ ਤਰ੍ਹਾਂ ਆਪਾਂ ਦਿੱਲੀ 'ਚ ਬਾਰ-ਬਾਰ ਤੁਸੀਂ ਕਿਹਾ ਕਿ ਇਹ ਦਿੱਲੀ ਨਹੀਂ ਇਹ ਪੰਜਾਬ ਹੈ, ਤੇ ਦਿੱਲੀ ਵੀ ਹਿੰਦੁਸਤਾਨ ਦਾ ਹਿੱਸਾ ਤੇ ਪੰਜਾਬ ਵੀ ਹਿੰਦੁਸਤਾਨ ਦਾ ਹਿੱਸਾ ਹੈ। ਇਹ ਗੱਲ ਮੈਂ ਮੰਨਣਾ ਕਿ ਪੰਜਾਬੀ ਲੋਕ ਖੁਦਦਾਰ ਔਰ ਇਮੋਸ਼ਨਲ ਔਰ ਬੜੀ ਹੀ ਮਾਰਸ਼ਲ ਕੌਮ ਹੈ ਪੰਜਾਬੀ। ਮੈਂ ਹਮੇਸ਼ਾ ਮੈਂ ਵੀ ਪੰਜਾਬੀ ਹਾਂ, ਰਿਸਪੈਕਟ ਕਰਦਾ, ਪਰ ਮੈਂ ਦੱਸਣਾ ਚਾਹੁੰਦਾ ਕਿ ਆਪਾਂ ਜੋ ਗਰੰਟੀਆਂ ਕਹੀਆਂ ਪੰਜਾਬੀਆਂ ਨੂੰ, ਆਪਣੇ ਵੀਰਾਂ ਨੂੰ, ਕਿਸਾਨਾਂ ਨੂੰ, ਉਹ ਸਾਰੀਆਂ ਆਪਾਂ ਪੂਰੀਆਂ ਕਰਨੀਆਂ। ਬਾਕੀ ਤੁਹਾਡੀਆਂ ਸਾਰੀਆਂ ਸੁਜੈਸ਼ਨਸ ਠੀਕ ਹੈ ਜੀ ਮਾਨਸਾ ਸਾਹਿਬ, ਲਾਸਟ ਕੋਈ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਕੋਈ ਅਪੀਲ ਸਰਕਾਰ ਨੂੰ ਕਰਨਾ ਚਾਹੁੰਦੇ ਹੋ? ਬਸ ਮੈਂ ਇੱਕ ਤਾਂ ਤੁਹਾਡਾ ਧੰਨਵਾਦ ਕਰਦਾ, ਸਾਡੀ ਕਿਸਾਨਾਂ ਦੀ ਗੱਲਬਾਤ ਇੱਥੋਂ ਤੱਕ ਪਹੁੰਚਾਈ ਹੈ। ਇਹੀ ਮੈਂ ਦੁਬਾਰਾ ਫੇਰ ਬੇਨਤੀ ਕਰਨਾ, ਜਿਹੜਾ ਬੀਜ ਤਿਆਰ ਕਰਾਉਣਾ ਸਰਕਾਰ ਨੇ, ਇੱਕ ਅੱਧੀ ਯੂਨੀਵਰਸਿਟੀ ਹੋਰ ਖੋਲੇ ਪੰਜਾਬ 'ਚ, ਹਾਈਬ੍ਰਿਡ ਬੀਜ ਯੂਨੀਵਰਸਿਟੀਆਂ ਤਿਆਰ ਕਰਾਉਣ, ਸਾਨੂੰ ਕੰਪਨੀਆਂ ਕਦੀ ਨਾ ਚੱਕਣ ਹੋਵੇ, ਬਸ ਇਹੀ ਮੇਰੀ ਬੇਨਤੀ। ਠੀਕ ਹੈ ਜੀ, ਧੰਨਵਾਦ ਜੀ। ਤੁਸੀਂ ਦੇਖ ਰਹੇ ਸੀਗੇ ਕਿ ਸਾਰੇ ਪ੍ਰਵਕਤਾਵਾਂ ਨੇ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਆਪੋ ਆਪਣੇ ਪੱਖ ਰੱਖੇ। ਸ਼੍ਰੋਮਣੀ ਅਕਾਲੀ ਦਲ ਕਹਿ ਰਹੀ ਹੈ ਵੀ ਅਸੀਂ ਬਹੁਤ ਕੁਝ ਕੀਤਾ, ਕਾਂਗਰਸ ਕਹਿ ਰਹੀ ਹੈ ਵੀ ਅਸੀਂ ਬਹੁਤ ਕੁਝ ਕੀਤਾ, ਆਮ ਆਦਮੀ ਪਾਰਟੀ ਕਹਿ ਰਹੀ ਹੈ ਜੀ ਵੀ ਅਸੀਂ ਬਹੁਤ ਜ਼ਿਆਦਾ ਪੋਜ਼ਿਟਿਵ ਮੂਡ ਦੇ ਵਿੱਚ ਗਏ ਹਾਂ ਕਿਸਾਨਾਂ ਨੂੰ ਲੈ ਕੇ। ਭਾਰਤੀ ਜਨਤਾ ਪਾਰਟੀ ਨੇ ਆਪਣਾ ਪੱਖ ਰੱਖਿਆ ਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਜੀ ਨੇ ਆਪਣਾ ਹੱਕ ਰੱਖਿਆ। ਪਰ ਸਵਾਲ ਹਜੇ ਵੀ ਉੱਥੇ ਹੀ ਹੈ, ਜੇਕਰ ਸਾਰਿਆਂ ਨੇ ਸਭ ਕੁਝ ਕੀਤਾ ਤੇ ਅਜਿਹੇ ਹਾਲਾਤ ਕਿਉਂ? ਅੱਜ ਕਿਉਂ ਕਿਸਾਨੀ ਫਿਰ ਉਹੀ ਆਰਥਿਕ ਮਾਰ ਚੱਲ ਰਹੀ ਹੈ? ਕਦ ਤੱਕ ਮਾਰ ਚੱਲਦੀ ਰਹੇਗੀ? ਕਦ ਤੱਕ? ਸੋ ਦਿਨ ਭਰ ਦੀਆਂ ਖਬਰਾਂ ਦੇਖਣ ਲਈ ਅਤੇ ਅਜਿਹੀਆਂ ਖਾਸ ਜਾਣਕਾਰੀਆਂ ਲਈ ਜੁੜੇ ਰਹੋ ਪੰਜਾਬ ਟੁਡੇ ਦੇ ਨਾਲ।